ਜਸਟਿਨ ਟਰੂਡੋ ਹੈ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ, ਉਹ ਅਸੈਂਬਲੀ ਦੇ ਵਿੱਚ ਬਿਆਨ ਦੇ ਰਿਹਾ। ਇਹ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ। ਜਾਂ ਤਾਂ ਹੋਵੇ ਕੋਈ ਲੋਕਲ ਕੋਈ ਛੋਟਾ ਮੋਟਾ ਕ੍ਰਾਈਮ ਆ, ਉਹ ਉਸ ਦੇ ਬੇਸ 'ਤੇ ਫਿਰ ਆਪਾਂ ਛੋਟੇ ਮੋਟੇ ਲੀਡਰ ਦਾ ਆਪਾਂ ਗੱਲ ਕਹਿ ਸਕਦੇ ਹਾਂ ਵੀ ਝੂਠੇ ਹੋ। Our top priorities have therefore been, one, that our law enforcement and security agencies ensure the continued safety of all Canadians, and two, that all steps be taken to hold perpetrators of this murder to account. बट जो एडे वड्डे एलीगेशनस लगा रहे हैं तो फिर वो कह रहे हैं भी असीं इहनूं UN दे विच भी लैके जावांगे ते हर जगह ते इहदी पड़ताल भी कराई जाऊगी। Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. ਤੇ ਬਿਆਨ ਤੇ ਸਾਹਮਣੇ ਆਇਆ ਪਰ ਇਸ ਦੇ ਵਿੱਚ ਜਿਹੜਾ ਭਾਰਤ ਹੈ ਉਹ ਸਾਫ਼ ਤਰੀਕੇ ਨਾਲ ਇਨਕਾਰ ਕਰਦਾ ਨਜ਼ਰ ਆਇਆ ਕਿ ਉਹਨਾਂ ਨੂੰ ਉਛਾਲਿਆ ਜਾ ਰਿਹਾ, ਉਹਨਾਂ ਤੇ ਤੋਹਮਤ ਲਾਈ ਜਾ ਰਹੀ ਹੈ। ਉਹ ਤਾਂ ਹੁਣ ਉਹਨਾਂ ਨੇ ਚਿਠਲਾਉਣਾ ਹੀ ਹੈ ਨਾ, ਹੁਣ ਸਿੱਧਾ ਤਾਂ ਨਹੀਂ ਮੰਨ ਲੈਣਗੇ ਵੀ ਹਾਂ ਜੀ ਅਸੀਂ ਮਰਵਾਇਆ ਆ। ਕਿੱਦਾਂ ਕਹਿ ਸਕਦੇ ਵੀ ਹੁਣ ਜੇ ਹੁਣ ਇਹਨਾਂ ਨੇ ਇਲਜ਼ਾਮ ਲਗਾ ਦਿੱਤਾ, ਮੰਨ ਲਓ ਹੁਣ ਕੱਲ੍ਹ ਨੂੰ ਮੋਦੀ ਆ ਕੇ ਕਹਿ ਦੂਗਾ ਵੀ ਹਾਂ ਜੀ ਅਸੀਂ ਮਰਵਾਇਆ ਬੰਦਾ, ਸਾਡੀਆਂ ਏਜੰਸੀਆਂ ਨੇ ਮਰਵਾਇਆ। ਹਜੇ ਤੱਕ ਨਹੀਂ ਮੰਨੇ ਉਹ। 1984 ਦਾ ਸਾਡੇ ਹੁਣ ਤੱਕ ਦਾ ਨਹੀਂ ਪਿਆ। ਸਾਡੇ ਕਿੰਨੇ ਮੁੰਡੇ ਮਾਰ ਦਿੱਤੇ, ਹਰ ਸਾਲ ਕੋਈ ਨਾ ਕੋਈ ਜਿਹੜੇ ਸਾਡਾ ਕੋਈ ਮਾੜਾ ਮੋਟਾ ਲੀਡਰ ਉੱਠਦਾ ਤਾਂ ਉਹ ਮਰਵਾ ਦਿੱਤਾ ਜਾਂਦਾ ਹੈ, ਤੇ ਉਹ ਤਾਂ ਅੱਜ ਤੱਕ ਨਹੀਂ ਮੰਨਦੇ। ਈਵਨ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਤੱਕ ਨਹੀਂ ਹੁੰਦੀ। ਨੇ ਜੋ ਹਾਲ ਕੈਨੇਡਾ ਦਾ ਕਰਤਾ ਹੈ, ਪਬਲਿਸਿਟੀ ਸਟੰਟ ਲੱਗਦਾ ਹੈ। ਪਰ ਜਿਹੜੇ ਹਿਸਾਬ ਨਾਲ ਖਾਲਿਸਤਾਨ ਦੀਆਂ ਵੋਟਾਂ ਚੱਲਦੀਆਂ ਨੇ ਇੱਥੇ, ਇਹ ਵੀ ਹੋ ਸਕਦਾ ਵੀ ਉਹ ਖੜਾ ਵੀ ਨਾਲ ਹੋ ਸਕਦਾ। ਹੁਣ ਇਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਵੀ ਕੀ ਹਿਸਾਬ ਕਿਤਾਬ ਹੈ। ਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਜਾਂ ਫਰੀडम ਆਫ ਸਪੀਚ ਹੈ ਉਹਨੂੰ ਦੱਬ ਦਿੱਤਾ ਜਾਂਦਾ ਇਸ ਡਰ ਤੋਂ। ਕੌਣ ਦੱਬ ਦਿੱਤਾ ਹੈ? ਇਹ ਇੰਡੀਆ ਨੇ ਦੱਬਦੇ ਆ। ਇੰਡੀਆ ਵਾਲੇ ਦੱਬਦੇ ਆ। ਹਾਂ। ਤੇ ਫਿਰ ਜੇ ਟਰੂਡੋ ਦਾ ਜੋ ਕਹਿਣਾ ਹੈ ਫਿਰ ਉਹ ਬਿਆਨਬਾਜ਼ੀ ਆਪਾਂ ਮੰਨ ਕੇ ਚੱਲੀਏ ਕਿ ਸਹੀ ਆ। ਲਿਸਨ, ਟਰੂਡੋ ਆ ਜਿਹੜਾ ਇਲਿਟਰੇਟ ਆ ਜਾਂ ਪੜ੍ਹਿਆ ਲਿਖਿਆ, ਉਹਦੀ ਇੰਟੈਲੀਜੈਂਸ ਹੈ ਨਹੀਂ ਗੀ। ਉਹਨੇ ਸੁੱਤੇ ਪਏ ਨੇ ਉੱਠ ਕੇ ਬਿਆਨ ਦੇ ਦਿੱਤਾ ਵੀ ਆਹ ਜਿਹੜੀ ਚੀਜ਼ ਹੋਈ ਆ, ਐਂ ਕਿਉਂ ਹੋਇਆ ਹੈ। ਉਹ ਕਰ ਰਿਹਾ ਬੇਸ ਦੇ ਉੱਤੇ ਜਿਹੜਾ ਉਹਦੀ ਇੰਟੈਲੀਜੈਂਸ ਨੇ ਉਹਨਾਂ ਨੂੰ ਦੱਸਿਆ, ਪੇਸ਼ ਕੀਤਾ। ਕਿਸੇ ਇੰਡੀਵਿਜੂਅਲ ਦੇ ਨਹੀਂ ਉਹਨੂੰ ਕੀਤਾ ਵੀ ਤੂੰ ਆਹ ਬੋਲਦੇ ਆ। ਤੇ ਫਿਰ ਕਿਤੇ ਲੱਗਦਾ ਹੈ ਕਿ ਇਹ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਨੇ ਉਹਨਾਂ 'ਚ ਤਕਰਾਰ ਜ਼ਿਆਦਾ ਹੋ ਜਾਏਗੀ ਇਸ ਦੇ ਬੇਸ ਤੇ। ਇਹ ਤਾਂ ਹੁਣ ਇੰਡੀਆ ਵਾਲਿਆਂ ਨੂੰ ਚਾਹੀਦਾ ਬਈ ਜਿਹੜਾ ਉਹ ਇੰਨਾ ਬਿਆਨ ਦਿੰਦੇ ਰਹੇ, ਅਮਿਤ ਸ਼ਾਹ ਦਿੰਦਾ ਰਿਹਾ, ਹੋਰ ਦਿੰਦੇ ਰਹੇ, ਉਦੋਂ ਉਹਨਾਂ ਨੂੰ ਅੰਗਰੇਜ਼ ਕਰਨਾ ਚਾਹੀਦਾ ਸੀ। ਆਪਣੇ ਆਪ ਤਾਂ ਉਹ ਫਸੇ ਹੋਏ ਆ, ਆਪਣੇ ਆਪ ਉਹਨਾਂ ਨੇ ਉਹ ਕਿੰਨੇ ਬਿਆਨ ਦਿੱਤੇ ਹੋਏ, YouTube ਤੇ ਆਏ ਹੋਇਆ, ਨਿਊਜ਼ਾਂ ਤੇ ਆਏ ਹੋਏ ਆ, ਆਪਣੇ ਆਪ ਤਾਂ ਫਸੇ ਹੋਏ ਆ ਉਹ। ਐਕਚੁਅਲੀ ਦੇਖੋ ਇਹਦੇ ਲਈ ਤਾਂ ਟੋਟਲੀ ਨਾ ਆਪਣਾ ਭਾਰਤੀ ਜ਼ਿੰਮੇਵਾਰ ਆ। ਜਿੱਦਾਂ ਨਾ ਭਾਰਤ ਦੀ ਸਰਕਾਰ ਹੋ ਗਈ, ਹੁਣ ਜਿੱਦਾਂ ਇੱਥੇ ਨਿੱਜਰ ਰਹਿ ਰਿਹਾ ਸੀਗਾ ਤੇ ਉਹਦੇ ਜਿੱਦਾਂ ਨਾ ਜਵਾਕ ਸੀਗੇ, ਉਹਨਾਂ ਨੂੰ ਇੱਥੇ ਨਾ ਕੋਈ ਸਹੂਲਤ ਮਿਲੀ, ਉਹਨਾਂ ਦਾ ਘਰ ਪੱਟਿਆ ਗਿਆ। ਤੇ ਇੱਥੇ ਤੱਕ ਕਿ ਪੰਜਾਬ 'ਚ ਵੀ ਉਹਨਾਂ ਦਾ ਘਰ ਹੈ ਨਾ ਜਿੱਦਾਂ ਨਾ ਫਰੋਲਿਆ ਗਿਆ, ਹੱਥ ਪੱਟੇ ਗਏ ਵੀ ਅੱਤਵਾਦੀ ਉੱਦਾਂ ਤਾਂ ਓਬੀਅਸ ਆ। ਤੇ ਇੱਥੇ ਰਹਿ ਕੇ ਵੀ ਉਹ ਸੇਫ ਐਂਡ ਸਿਕਿਉਰ ਨਹੀਂ ਗਾ। ਤਾਂ ਇਹਦੇ ਲਈ ਤਾਂ ਓਬੀਅਸ ਆ ਭਾਰਤੀ ਜ਼ਿੰਮੇਵਾਰ, ਕਿਉਂਕਿ ਉਹਨਾਂ ਦੇ ਇੱਥੇ ਛੱਡੇ ਹੋਏ ਨੇ ਸਾਰਾ ਕੁਝ। ਨਹੀਂ ਸਤਿ ਸ਼੍ਰੀ ਅਕਾਲ ਜੀ। ਦ TV NRI ਤੋਂ ਮੈਂ ਸੰਦੀਪ ਕੌਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੌਮਾਂ ਦੇ ਵਿਚਲਾ ਝਗੜਾ ਕਦੇ ਵੀ ਕੋਈ ਅਸਧਾਰਨ ਗੱਲ ਨਹੀਂ ਰਿਹਾ, ਪਰ ਹੁਣੇ ਜੇ ਕੈਨੇਡਾ ਅਤੇ ਭਾਰਤ ਵਿੱਚ ਚੱਲ ਰਹੀ ਤਕਰਾਰ ਦੇ ਕੀ ਸਿੱਟੇ ਨਿਕਲ ਸਕਦੇ ਨੇ ਜਾਂ ਉਸਦੇ ਕੀ ਕਾਰਨ ਹੋ ਸਕਦੇ ਆ, ਜਾਣਦੇ ਹਾਂ ਇੱਥੋਂ ਦੇ ਲੋਕਾਂ ਤੋਂ ਕਿ ਉਹਨਾਂ ਦੇ ਕੀ ਵਿਚਾਰ ਨੇ। ਤੇ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਹੁਣੇ ਕੈਨੇਡਾ ਤੇ ਭਾਰਤ ਵਿਚਕਾਰ ਚੱਲ ਰਹੀ ਹੈ ਇੱਕ ਤਕਰਾਰਬਾਜ਼ੀ, ਜਿਸ ਦੇ ਵਿੱਚ ਟਰੂਡੋ ਨੇ ਬਿਆਨ ਦਿੱਤਾ ਹੈ ਕਿ ਹਰਦੀਪ ਨਿੱਜਰ ਜੀ ਦੀ ਜਿਹੜੀ ਮੌਤ ਹੈ ਉਹਦੇ ਪਿੱਛੇ ਭਾਰਤ ਸਰਕਾਰ ਦਾ ਕੋਈ ਹੱਥ ਹੈ। ਤੇ ਜਾਣਦੇ ਹਾਂ ਕਿ ਕੈਨੇਡਾ ਵਿੱਚ ਰਹਿ ਰਹੇ ਵਸਨੀਕਾਂ ਦਾ ਇਸ ਬਾਰੇ ਕੀ ਸੋਚਣਾ ਹੈ। ਤੇ ਸਰ, ਤੁਸੀਂ ਇਸ ਖਬਰ ਨੂੰ ਸੁਣਿਆ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਬਿਆਨਬਾਜ਼ੀ ਹੋਈ ਹੈ ਇਸ ਦਾ ਕੀ ਅਸਰ ਹੈ ਜਾਂ ਕਿੱਥੋਂ ਇਹ ਤੱਥ ਸਾਹਮਣੇ ਆਉਂਦੇ ਨੇ? ਤੱਥ ਤਾਂ ਹੁਣ ਇਹਨੂੰ ਝੁਠਲਾਇਆ ਨਹੀਂ ਜਾ ਸਕਦਾ ਕਿਸੇ ਵੀ ਵੇ ਦੇ ਵਿੱਚ, ਕਿਉਂਕਿ ਜੇ ਜਿਵੇਂ ਜਸਟਿਨ ਟਰੂਡੋ ਹੈ ਜਿਹੜਾ ਉਹ ਪ੍ਰਾਈਮ ਮਿਨਿਸਟਰ ਹੈ, ਉਹ ਅਸੈਂਬਲੀ ਦੇ ਵਿੱਚ ਬਿਆਨ ਦੇ ਰਿਹਾ। ਇਹ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ। ਜਾਂ ਤਾਂ ਹੋਵੇ ਕੋਈ ਲੋਕਲ ਕੋਈ ਛੋਟਾ ਮੋਟਾ ਕ੍ਰਾਈਮ ਆ, ਉਹ ਉਸ ਦੇ ਬੇਸ 'ਤੇ ਫਿਰ ਆਪਾਂ ਛੋਟੇ ਮੋਟੇ ਲੀਡਰ ਦਾ ਆਪਾਂ ਗੱਲ ਕਹਿ ਸਕਦੇ ਹਾਂ ਵੀ ਝੂਠੇ ਹੋ ਸਕਦੇ। ਬਟ ਜੇ ਉਹ ਐਡੇ ਵੱਡੇ ਐਲੀਗੇਸ਼ਨਸ ਲਗਾ ਰਿਹਾ ਤੇ ਫਿਰ ਉਹ ਕਹਿ ਰਹੇ ਨੇ ਵੀ ਅਸੀਂ ਇਹਨੂੰ UN ਦੇ ਵਿੱਚ ਵੀ ਲੈ ਕੇ ਜਾਵਾਂਗੇ ਤੇ ਹਰ ਜਗ੍ਹਾ 'ਤੇ ਇਹਦੀ ਪੜਤਾਲ ਵੀ ਕਰਾਈ ਜਾਊਗੀ
ਕਿਤੇ ਜਿਵੇਂ ਤੁਹਾਨੂੰ ਪਤਾ ਵੀ 5 ਆਈਜ਼ ਨੇ ਜਿਹੜੀਆਂ 5 ਕੰਟਰੀਜ਼ ਨੇ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਇਹਨਾਂ ਨੇ ਇਹ ਪੜਤਾਲ ਕੀਤੀ ਆ ਤੇ ਐਂਡ ਤੇ ਜੋ ਇਹਨਾਂ ਨੇ ਜੋ ਰਿਜ਼ਲਟ ਨੇ ਉਹ ਅਸੈਂਬਲੀ ਦੇ ਵਿੱਚ ਕੀਤੇ ਨੇ ਤੇ ਜੇ ਹੱਥ ਹੋਊਗਾ ਤਾਂ ਹੀ ਉਹਨਾਂ ਨੇ ਬਿਆਨ ਦਿੱਤਾ। ਬਿਨਾਂ ਹੱਥ ਹੋਣ ਤੋਂ ਐਦਾਂ ਨਹੀਂ ਹੋ ਸਕਦਾ ਵੀ ਬਿਨਾਂ ਗੱਲ ਤੋਂ ਕੋਈ ਐਡਾ ਵੱਡਾ ਬਿਆਨ ਦੇ ਸਕਣ ਕਿਸੇ ਵੀ ਕੰਟਰੀ ਦੇ ਅਗੇਂਸਟ। ਹਾਂ, ਤੇ ਬਿਆਨ ਤੇ ਸਾਹਮਣੇ ਆਇਆ, ਪਰ ਇਸ ਦੇ ਵਿੱਚ ਜਿਹੜਾ ਭਾਰਤ ਹੈ ਉਹ ਸਾਫ਼ ਤਰੀਕੇ ਨਾਲ ਇਨਕਾਰ ਕਰਦਾ ਨਜ਼ਰ ਆਇਆ ਕਿ ਉਹਨਾਂ ਨੂੰ ਉਛਾਲਿਆ ਜਾ ਰਿਹਾ, ਉਹਨਾਂ ਤੇ ਤਹਿਮਤ ਲਾਈ ਜਾ ਰਹੀ ਆ। ਉਹ ਤਾਂ ਹੁਣ ਉਹਨਾਂ ਨੇ ਝਠਲਾਉਣਾ ਹੀ ਹੈ ਨਾ, ਹੁਣ ਸਿੱਧਾ ਥੋੜੀ ਮੰਨ ਲੈਣਗੇ ਵੀ ਹਾਂ ਜੀ ਅਸੀਂ ਮਰਵਾਇਆ ਆ। ਕਿੱਦਾਂ ਕਹਿ ਸਕਦੇ ਹੋ ਵੀ ਹੁਣ ਜੇ ਹੁਣ ਇਹਨਾਂ ਨੇ ਇਲਜ਼ਾਮ ਲਗਾ ਦਿੱਤਾ, ਮੰਨ ਲਓ ਹੁਣ ਕੱਲ੍ਹ ਨੂੰ ਮੋਦੀ ਆ ਕੇ ਕਹਿ ਦੂਗਾ ਵੀ ਹਾਂਜੀ ਅਸੀਂ ਮਰਵਾਇਆ ਬੰਦਾ, ਸਾਡੀਆਂ ਏਜੰਸੀਆਂ ਨੇ ਮਰਵਾਇਆ। ਕਿਵੇਂ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਵੀ ਉਹ ਮੰਨਣਗੇ? ਉਹ ਕਿੱਦਾਂ ਮੰਨਣਗੇ? ਕਿਉਂਕਿ ਜਿਹੜੀਆਂ ਮਾਈਨੋਰਟੀਜ਼ ਦੇ ਉੱਤੇ ਕੋਈ ਅੱਜ ਤੋਂ ਤਾਂ ਨਹੀਂ ਹੋ ਰਿਹਾ, ਇਹ ਤਾਂ ਬਹੁਤ ਪੁਰਾਣੇ ਸਮੇਂ ਤੋਂ ਹੁੰਦਾ ਆ ਰਿਹਾ ਤੇ ਹਜੇ ਤੱਕ ਨਹੀਂ ਮੰਨੇ ਉਹ। 1984 ਦਾ ਸਾਡੇ ਹੁਣ ਤੱਕ ਦਾ ਨਹੀਂ ਪਿਆ। ਸਾਡੇ ਕਿੰਨੇ ਮੁੰਡੇ ਮਾਰ ਦਿੱਤੇ, ਹਰ ਸਾਲ ਕੋਈ ਨਾ ਕੋਈ ਜਿਹੜੇ ਸਾਡਾ ਕੋਈ ਮਾੜਾ ਮੋਟਾ ਲੀਡਰ ਉੱਠਦਾ ਤਾਂ ਉਹ ਮਰਵਾ ਦਿੱਤਾ ਜਾਂਦਾ ਤੇ ਉਹ ਤਾਂ ਅੱਜ ਤੱਕ ਨਹੀਂ ਮੰਨਦੇ। ਈਵਨ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਤੱਕ ਨਹੀਂ ਹੁੰਦੀ ਤੇ ਫਿਰ ਤੁਸੀਂ ਕਿਵੇਂ ਉਹਨਾਂ ਤੋਂ ਐਕਸਪੈਕਟ ਕਰ ਸਕਦੇ ਹੋ ਕਿ ਉਹ ਮੰਨ ਲੈਣਗੇ ਵੀ ਅਸੀਂ ਕਰਵਾਇਆ? ਸੋ ਇਹ ਵੀ ਠੀਕ ਹੈ, ਪਰ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾ ਰਿਹਾ ਕਿ ਟਰੂਡੋ ਵੱਲੋਂ ਕੀਤੀ ਗਈ ਇਹ ਬਿਆਨਬਾਜ਼ੀ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਨਤੀਜਾ ਹੋ ਸਕਦਾ ਹੈ। ਤੁਸੀਂ ਦੇਖੋ ਕੁਛ ਮੈਂ ਸਵੇਰੇ ਪੜ੍ਹ ਰਿਹਾ ਸੀਗਾ 7 ਪੁਆਇੰਟ ਸਮਥਿੰਗ ਸਾਡੀ ਜਿਹੜੀ ਵੋਟ ਬੈਂਕ ਆ ਤੇ 8 ਇਹ ਤੋਂ ਜ਼ਿਆਦਾ ਤਾਂ ਹਿੰਦੂਆਂ ਦੀ ਵੋਟ ਬੈਂਕ ਆ। ਜੇ ਉਹ ਹਿੰਦੂਆਂ ਨੂੰ ਸਿੱਧਾ ਮਤਲਬ ਜਦੋਂ ਕੋਈ ਮੋਦੀ ਨੂੰ ਕਹਿੰਦਾ ਨਾ, ਉਹ ਹਿੰਦੂ ਕਹਿੰਦੇ ਵੀ ਸਾਡੇ ਬਾਰੇ ਕਹਿ ਰਿਹਾ। ਤੇ ਜਿਵੇਂ ਹੁਣ ਸਿੱਖਾਂ ਦੇ ਬਾਰੇ ਇਹਨਾਂ ਨੇ ਬਿਆਨ ਦਿੱਤਾ ਤਾਂ ਉਹ ਇੱਕ ਕਿਸਮ ਦੀ ਜਿਹੜੀ ਹਿੰਦੂ ਵੋਟ ਬੈਂਕ ਆ ਉਹ ਅਲੱਗ ਕਰਨ ਦੀ ਪੋਲਰਾਈਜੇਸ਼ਨ ਇੱਦਾਂ ਹੀ ਹੁੰਦੀ ਆ। ਜੇ ਹੁਣ ਸਿੱਖ ਵੋਟ ਇੱਕ ਪਾਸੇ ਆ ਤਾਂ ਉਸ ਤੋਂ ਜ਼ਿਆਦਾ ਤਾਂ ਹਿੰਦੂਆਂ ਦੀ ਵੋਟ ਆ। ਤੇ ਤੁਹਾਡਾ ਇਹ ਮੰਨਣਾ ਹੈ ਕਿ ਵੋਟ ਬੈਂਕ ਦੇ ਖਾਤੇ ਵਿੱਚ ਨਹੀਂ ਹੋਇਆ, ਜੋ ਉਹਨਾਂ ਨੇ ਕਿਹਾ ਉਹ ਬਿਆਨਬਾਜ਼ੀ ਸਹੀ ਤੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ? ਸੱਚ ਨੂੰ ਸਾਹਮਣੇ ਹੁਣ ਜੇ ਉਹ ਨਹੀਂ ਕਰ ਰਹੇ, ਕਿਸੇ ਵੀ ਇਸ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਜਾਂ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਰਹੇ, ਜੇ ਕੋਈ ਦੂਜੀ ਕੰਟਰੀ ਕਰ ਰਹੀ ਹੈ ਤਾਂ ਉਹ ਮਾੜਾ ਕਿਵੇਂ ਹੋ ਗਿਆ? ਤੇ ਕੀ ਲੱਗਦਾ ਕਿ ਤੁਰੰਤ G20 ਤੋਂ ਬਾਅਦ ਉਹ ਭਾਰਤ ਤੋਂ ਇੱਥੇ ਆਏ ਨੇ ਤੇ ਇੱਥੇ ਆ ਕੇ ਇਹਨਾਂ ਨੇ ਬਿਆਨ ਦਿੱਤਾ ਤੇ ਕੋਈ ਨਾਰਾਜ਼ਗੀ ਹੋ ਸਕਦੀ ਹੈ? G20 ਦੇ ਵਿੱਚ ਤਾਂ ਉਹਨਾਂ ਨੇ ਪਹਿਲਾਂ ਹੀ ਉੱਥੇ ਕਹਿ ਦਿੱਤਾ ਨਾ ਵੀ ਅਸੀਂ ਆਪਣੀ ਨਾਰਾਜ਼ਗੀ ਕੀਤੀ ਹੈ। G20 ਇੱਕ ਮੌਕਾ ਸੀ, ਇੱਕ ਮੌਕਾ ਸੀਗਾ ਵੀ ਆਪਣੀ ਨਾਰਾਜ਼ਗੀ ਹੈ ਜਿਹੜੀ ਦੂਜੀ ਕੰਟਰੀ ਦੇ ਮੂਹਰੇ ਰੱਖਣ ਦੀ। ਹੁਣ ਜਦੋਂ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਗੱਲ ਕੀਤੀ, ਉੱਥੇ ਉਹਨਾਂ ਨੂੰ ਸ਼ਾਇਦ ਨਹੀਂ ਕੋਈ ਸੈਟਿਸਫੈਕਟਰੀ ਉਹਨਾਂ ਨੂੰ ਰਿਸਪੌਂਸ ਨਹੀਂ ਮਿਲਿਆ ਹੋਊਗਾ ਤੇ ਆ ਕੇ ਇਹਨਾਂ ਨੇ ਇੱਥੇ ਅਸੈਂਬਲੀ ਦੇ ਵਿੱਚ ਬਿਆਨ ਦਿੱਤਾ ਹੈ। ਇਹਦੇ ਵਿੱਚ ਬੁਰਾ ਤਾਂ ਕੁਝ ਵੀ ਨਹੀਂ ਹੈਗਾ। ਤੇ ਇੱਥੇ ਲੱਗਦਾ ਹੈ ਕਿ ਜਿਹੜਾ ਕੈਨੇਡਾ ਆਪਣੀ ਗੱਲ ਕਰਦਾ ਹੈ ਕਿ ਇੱਥੇ ਫਰੀडम ਆਫ ਐਕਸਪ੍ਰੈਸ਼ਨ ਨੂੰ ਤਵੱਜੋ ਦਿੰਦਾ ਹੈ ਤੇ ਉਸੇ ਤੇ ਤਹਿਤ ਉਹਨਾਂ ਨੇ ਬਿਆਨ ਦਿੱਤਾ ਤੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਐਕਸਪੈਲ ਕੀਤਾ ਤੇ ਕੀ ਇਹ ਕਰਨਾ ਸਹੀ ਸੀ? ਸਹੀ ਤਾਂ ਹੈ। ਜੇ ਚਲੋ ਇਹ ਤਾਂ ਛੋਟੀ ਮੋਟੀ ਨਾਰਾਜ਼ਗੀ ਹੈ ਨਾ, ਅੱਗਿਓਂ ਚੱਲ ਕੇ ਫੋਰਨ ਪਾਲਿਸੀ ਦੇ ਵਿੱਚ ਜਾਂ ਕੋਈ ਤਬਦੀਲੀ ਲੈ ਕੇ ਆਉਂਦੇ ਨੇ, ਉਹ ਹੁਣ ਬਾਅਦ ਦੀ ਗੱਲ ਹੈ ਵੀ ਇਹ ਹੁਣ ਇਹਨਾਂ ਦਾ ਰਿਸਪੌਂਸ ਆ ਵੀ ਇਹ ਅੱਗਿਓਂ ਕੀ ਕਰਦੇ ਨੇ। ਇਹ ਤਾਂ ਛੋਟੀ ਮੋਟੀ ਗੱਲ ਹੈ ਵੀ ਡਿਵੈਲਪਮੈਂਟ ਨੂੰ ਇੱਧਰੋਂ ਕਰ ਦਿੱਤਾ, ਉਹਨਾਂ ਨੇ ਉੱਧਰੋਂ ਕਰ ਦਿੱਤਾ। ਇਹ ਛੋਟੀ ਮੋਟੀ ਗੱਲ ਆ, ਹਜੇ ਅੱਗੇ ਕੀ ਹੁੰਦਾ ਹੈ ਅੱਗੇ ਉਹ ਦੇਖਣ ਵਾਲਾ ਹੋਊਗਾ। ਤੇ ਕਿਤੇ ਇਹ ਲੱਗਦਾ ਹੈ ਕਿਤੇ ਨਾ ਕਿਤੇ ਇਹ ਜਾ ਕੇ ਜਿਹੜੇ ਇੱਥੋਂ ਦੇ ਵਸਨੀਕ ਨੇ ਜਾਂ ਇਮੀਗ੍ਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਇਫੈਕਟ ਕਰ ਸਕਦਾ ਹੈ ਇਹ? ਨਹੀਂ, ਮੈਂ ਇਸ ਚੀਜ਼ ਨੂੰ ਨਹੀਂ ਸਮਝਦਾ ਕਿਉਂਕਿ ਇਸ ਕੰਟਰੀ ਦੇ ਵਿੱਚ ਕੋਈ ਕ੍ਰਾਈਮ ਕਰਦਾ, ਕੋਈ ਦੂਜੀ ਕੰਟਰੀ ਕਰਦੀ ਹੈ, ਇਹਦੇ ਵਿੱਚ ਇਮੀਗ੍ਰੇਸ਼ਨ ਦਾ ਤਾਂ ਕੋਈ ਰੌਲਾ ਹੀ ਨਹੀਂ ਹੋਣਾ ਚਾਹੀਦਾ। ਕਿੱਦਾਂ ਹੋਊਗਾ ਰੌਲਾ ਵੀ ਕਿਸੇ ਨੇ ਆ ਕੇ ਇੱਥੇ ਆ ਕੇ ਕ੍ਰਾਈਮ ਕੀਤਾ ਤੇ ਜਸਟ ਉਹਨਾਂ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਜੋ ਵੀ ਅਕਿਊਜ਼ ਨੇ ਉਹਨਾਂ ਨੂੰ ਸਿੱਧਾ ਲੋਕਾਂ ਦੇ ਸਾਹਮਣੇ ਰੱਖਿਆ ਆ। ਇਹਦੇ ਵਿੱਚ ਇਮੀਗ੍ਰੇਸ਼ਨ ਦਾ ਤਾਂ ਕੋਈ ਰੌਲਾ ਹੀ ਨਹੀਂ ਹੋਣਾ ਚਾਹੀਦਾ। ਠੀਕ ਹੈ ਸਰ, ਥੈਂਕ ਯੂ ਤੁਹਾਡੇ ਵਿਚਾਰ ਲਈ, ਤੁਹਾਡੇ ਵਿਊਜ਼ ਲਈ, ਥੈਂਕ ਯੂ ਸੋ ਮਚ। ਤੁਹਾਨੂੰ ਨਹੀਂ ਪਤਾ ਹੋਏਗਾ ਜਿਹੜੀ ਬਿਆਨਬਾਜ਼ੀ ਭਾਰਤ ਤੇ ਕੈਨੇਡਾ ਦੇ ਵਿੱਚ ਚੱਲਦੀ ਪਈ ਆ ਤੇ ਉਹਨਾਂ ਨੇ ਡਿਪਲੋਮੈਟਸ ਨੂੰ ਐਕਸਪੈਲ ਕੀਤਾ, ਉਹਦੇ ਬਾਰੇ ਕੁਝ ਨੌਲੇਜ ਹੈਗੀ, ਵਿਚਾਰ ਪਤਾ ਨਹੀਂ ਤੁਹਾਨੂੰ ਵੀ ਕੀ ਚੱਲ ਰਿਹਾ ਇਹ ਤਕਰਾਰ ਬਾਰੇ? ਕਿਸ ਚੀਜ਼ ਬਾਰੇ ਸਾਨੂੰ ਨਹੀਂ ਪਤਾ, ਕੋਈ ਨੌਲੇਜ ਨਹੀਂ ਹੈ। ਜਿਹੜਾ ਹੁਣੀ G20 ਤੋਂ ਵਾਪਸ ਆ ਕੇ ਟਰੂਡੋ ਜੀ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਆਪਣਾ ਪੇਸ਼ ਕੀਤਾ ਸੀ ਕਿ ਜਿਹੜੀ ਖਾਲਿਸਤਾਨੀ ਲੀਡਰ ਨਿੱਜਰ ਦੀ ਹੱਤਿਆ ਹੈ ਉਹਦੇ ਵਿੱਚ ਇੰਡੀਆ ਨੂੰ ਵੀ ਉਹਦੇ ਵਿੱਚ ਜਿਹੜਾ ਇੰਡੀਆ ਹੈ ਉਹ ਜ਼ਿੰਮੇਵਾਰ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਕੀ ਲੱਗਦਾ? ਸਾਨੂੰ ਕੀ ਲੱਗਦਾ ਜੀ, ਸਾਨੂੰ ਲੱਗਦਾ ਕਿ ਬੇਇੱਜ਼ਤੀ ਤਾਂ ਇੰਡੀਆ ਦੀ ਵੀ ਹੈਗੀ ਇਸ ਚੀਜ਼ ਦੇ ਵਿੱਚ, ਪਰ ਮੇਰੇ ਖਿਆਲ ਨਾਲ ਇਹ ਹੈ ਕਿ ਇਹ ਜੀ ਹੁਣ ਕੁਝ ਨਹੀਂ ਕਹਿ ਸਕਦੇ, ਪਬਲਿਸਿਟੀ ਸਟੰਟ ਵੀ ਹੋ ਸਕਦਾ। ਵੋਟਾਂ ਆ ਗਈਆਂ ਨੇ ਵੀ ਸਿੱਖ ਹੁਣ ਹੋ ਜਾਣਗੇ ਵੀ ਵੋਟਾਂ ਪਾਉਣੀਆਂ, ਅਸਲ 'ਚ ਵੀ ਖੜੇ ਹੋ ਸਕਦਾ ਟਰੂਡੋ ਵੀ ਗਲਤ ਵੀ ਹੋਇਆ, ਪਰ ਹੁਣ ਤਾਂ ਇਹ ਉਹਨਾਂ ਨੂੰ ਹੀ ਪਤਾ ਵੀ ਕੀ ਸਿਸਟਮ ਹੈ, ਕੀ ਚੱਲ ਰਿਹਾ। ਤੇ ਤੁਹਾਨੂੰ ਵਾਕਈ ਲੱਗਦਾ ਕਿ ਵੋਟਾਂ ਲਈ ਵੀ ਹੋ ਸਕਦਾ ਹੈ? ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੂੰ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਵੱਲੋਂ ਸਪੋਰਟ ਮਿਲੀ ਸੀ। ਟਰੂਡੋ ਨੇ ਜੋ ਹਾਲ ਕੈਨੇਡਾ ਦਾ ਕਰਤਾ ਹੈ, ਪਬਲਿਸਿਟੀ ਸਟੰਟ ਲੱਗਦਾ ਹੈ। ਪਰ ਜਿਹੜੇ ਹਿਸਾਬ ਨਾਲ ਖਾਲਿਸਤਾਨ ਦੀਆਂ ਵੋਟਾਂ ਚੱਲਦੀਆਂ ਨੇ ਇੱਥੇ, ਇਹ ਵੀ ਹੋ ਸਕਦਾ ਵੀ ਉਹ ਖੜਾ ਵੀ ਨਾਲ ਹੋ ਸਕਦਾ। ਹੁਣ ਇਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਵੀ ਕੀ ਹਿਸਾਬ ਕਿਤਾਬ ਹੈ।
ਤੇ ਸਿੱਧੇ ਤੌਰ ਤੇ ਇਹ ਮੰਨਣਾ ਹੈ ਕਿ ਜੋ ਵੀ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਵੋਟਾਂ ਨੂੰ ਜਾਂ ਵੋਟ ਬੈਂਕ ਨੂੰ, ਸਿੱਖ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਦੇ ਲਈ ਟਰੂਡੋ ਇਹ ਕਰ ਰਹੇ ਨੇ ਜੋ ਵੀ ਵਿਚਾਰ ਹੈ। ਸਾਡੇ ਹਿਸਾਬ ਨਾਲ ਹੋ ਸਕਦਾ ਜੀ। ਥੈਂਕ ਯੂ। ਤੁਹਾਨੂੰ ਕਿਵੇਂ ਲੱਗਦਾ ਇਹ ਪ੍ਰੋਬਲਮ ਮਤਲਬ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਕਿਤੇ ਆਏਗੀ ਵਿਦਿਆਰਥੀਆਂ ਨੂੰ? ਆਫ ਕੋਰਸ ਆਊਗੀ। ਇਹਨਾਂ ਨੂੰ ਇਹ ਵਿਚਾਰੇ ਨਹੀਂ ਕਿਸੇ ਵੀ ਹਾਲਤ 'ਚ, ਇਹਨਾਂ ਦੇ ਮੂੰਹ ਬੰਨੇ ਹੋਏ ਆ, ਇਹਨਾਂ ਦੇ ਹੱਥ ਬੰਨੇ ਹੋਏ ਆ। ਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਜਾਂ ਫਰੀडम ਆਫ ਸਪੀਚ ਹੈ ਉਹਨੂੰ ਦੱਬ ਦਿੱਤਾ ਜਾਂਦਾ ਇਸ ਡਰ ਤੋਂ। ਕੌਣ ਦੱਬ ਦਿੰਦਾ ਹੈ? ਇਹ ਇੰਡੀਆ ਵਾਲੇ ਦੱਬਦੇ ਆ। ਇੰਡੀਆ ਵਾਲੇ ਦੱਬਦੇ ਆ। ਹਾਂ। ਤੇ ਫਿਰ ਜੇ ਟਰੂਡੋ ਦਾ ਜੋ ਕਹਿਣਾ ਹੈ ਫਿਰ ਉਹ ਬਿਆਨਬਾਜ਼ੀ ਆਪਾਂ ਮੰਨ ਕੇ ਚੱਲੀਏ ਕਿ ਸਹੀ ਆ? ਲਿਸਨ, ਟਰੂਡੋ ਆ ਜਿਹੜਾ ਉਹ ਇਲਿਟਰੇਟ ਆ ਜਾਂ ਪੜ੍ਹਿਆ ਲਿਖਿਆ, ਉਹਦੀ ਇੰਟੈਲੀਜੈਂਸ ਹੈ ਨਹੀਂ ਗੀ। ਉਹਨੇ ਸੁੱਤੇ ਪਏ ਨੇ ਉੱਠ ਕੇ ਬਿਆਨ ਦੇ ਦਿੱਤਾ ਵੀ ਆਹ ਜਿਹੜੀ ਚੀਜ਼ ਹੋਈ ਆ ਇਹ ਕਿਉਂ ਹੋਇਆ ਇਹ। ਜੀ। ਉਹ ਸਾਡੇ ਮੁਲਕ ਦਾ, ਮੈਂ ਕੈਨੇਡੀਅਨ ਆ, ਮੈਂ ਪ੍ਰਾਊਡ ਆ ਕੈਨੇਡਾ ਤੇ। ਜਿਹੜੇ ਬੰਦੇ ਇੰਡੀਆ ਦੀ ਗੱਲ ਕਰਦੇ ਆ ਬਈ ਟਰੂਡੋ ਨੇ ਐਂ ਕੀਤਾ ਜਾਂ ਉਹ ਕੀਤਾ, ਉਹ ਫਿਰ ਉਹ ਇੱਥੇ ਉਹ ਕੀ ਕਰਦੇ ਆ, ਉਹ ਕੈਨੇਡਾ ਦੇ ਅਗੇਂਸਟ ਬੋਲਦੇ ਆ। ਬਿਲਕੁਲ। ਉਹਨਾਂ ਨੂੰ ਫਿਰ ਇੱਥੇ ਨਹੀਂ ਰਹਿਣਾ ਚਾਹੀਦਾ। ਉਹ ਇਹਨਾਂ ਨੂੰ ਹੈਂਡਓਵਰ ਕਰਨਾ ਆਪਦੇ ਪਾਸਪੋਰਟ, ਆਪਦੀ ਸਿਟੀਜ਼ਨ, ਚਲੇ ਜਾਣ ਉੱਥੇ। ਇੰਨਾ ਲਵ ਕਰਦੇ ਆ। ਕੰਟਰੀ ਕੋਈ ਵੀ ਮਾੜਾ ਨਹੀਂ ਹੁੰਦਾ। ਜਿਹੜੀ ਉੱਥੋਂ ਦੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਆ ਉਹ ਮਾੜੀ ਹੁੰਦੀ ਆ। ਉਹਨਾਂ ਨੂੰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਚੰਗੀ ਲੱਗਦੀ ਆ ਤੇ ਫਿਰ ਉੱਥੇ ਜਾਣ ਉਹ। ਇਸ ਕਰਕੇ ਆ ਉਹ ਜਿਹੜਾ ਕੁਝ ਉਹਨੇ ਬੋਲਣਾ, ਉਹਨੇ ਆਪਦੇ ਕੰਟਰੀ ਦੇ ਬਿਹਾਫ ਤੇ ਬੋਲਣਾ ਟਰੂਡੋ ਨੇ। ਤੇ ਬਾਕੀ ਆ ਵੀ ਜਿਹੜਾ ਉਹ ਉਹਦੀ ਇੰਟੈਲੀਜੈਂਸ ਆ, ਉਹਨਾਂ ਨੇ ਕੁਛ ਨਾ ਕੁਛ ਦੱਸਿਆ ਹੋਣਾ ਉਹਨੂੰ, ਤਾਂ ਹੀ ਉਹਨੇ ਕੀਤਾ। ਇਹ ਤਾਂ ਨਹੀਂ ਉਹ ਸੁੱਤੇ ਪਏ ਨੇ ਉੱਠ ਕੇ ਬਿਆਨ ਦਿੱਤਾ ਉਹਨੇ। ਬਿਲਕੁਲ। ਉਹਨਾਂ ਨੇ ਕਿਹਾ ਕਿ ਸਾਡੀ ਇੰਟੈਲੀਜੈਂਸ ਵੱਲੋਂ ਜੋ ਪਤਾ ਲੱਗਿਆ ਉਸ ਬੇਸ ਤੇ ਉਹਨਾਂ ਨੇ ਬਿਆਨ ਦਿੱਤੇ ਨੇ ਪਾਰਲੀਮੈਂਟ ਵਿੱਚ। ਬਿਆਨ ਤੇ ਕਰ ਰਿਹਾ, ਉਹ ਆਪਣੇ ਆਪ ਤਾਂ ਕੁਝ ਕਹਿ ਨਹੀਂ ਰਿਹਾ ਉਹ। ਠੀਕ ਨਹੀਂ? ਕੋਈ ਕਿਸੇ ਵੀ ਮੁਲਕ ਦਾ ਕੋਈ ਵੀ ਹੈਗਾ ਹੈਡ, ਉਹ ਸਾਰੇ ਉਹ ਇਹ ਤਾਂ ਹੈ ਨਹੀਂਗਾ ਵੀ ਆਪਣੇ ਆਪ ਹੀ ਨਿਊਜ਼ ਦੇਈ ਜਾਂਦਾ ਉਹ। ਤੇ ਐਡਾ ਵੱਡਾ ਬਿਆਨ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨਾ ਵੈਸੇ ਵੀ ਕੋਈ ਨਾ ਕੋਈ ਸੋਲਿਡ ਪਿੱਛੇ ਹੋਣਾ ਚਾਹੀਦਾ। ਇਹਦੇ 'ਚ ਜਿਹੜਾ ਹੈਗਾ ਖਾਲਿਸਤਾਨ ਦੀ ਜਾਂ ਉਹ ਪ੍ਰੈਸ਼ਰ ਥੱਲੇ ਆ, ਜਾਂ ਖਾਲਿਸਤਾਨੀਆਂ ਦੇ ਪ੍ਰੈਸ਼ਰ ਥੱਲੇ ਆ, ਜਾਂ ਉਹ ਵੋਟਾਂ ਦਾ ਇਹ ਗੱਲ ਕਹਿ ਦੇਣੀ। ਉਹ ਕਰ ਰਿਹਾ ਬੇਸ ਦੇ ਉੱਤੇ ਜਿਹੜਾ ਉਹਦੀ ਇੰਟੈਲੀਜੈਂਸ ਨੇ ਉਹਨਾਂ ਨੂੰ ਦੱਸਿਆ, ਪੇਸ਼ ਕੀਤਾ। ਕਿਸੇ ਇੰਡੀਵਿਜੂਅਲ ਦੇ ਨਹੀਂ ਉਹਨੂੰ ਕੀਤਾ ਵੀ ਤੂੰ ਆਹ ਬੋਲਦੇ ਆਹ ਬੋਲਦੇ। ਪਰ ਜਿਹੜਾ ਇਹ ਕਹਿ ਰਹੇ ਨੇ ਕਿ ਬੈਕ ਡੇਟਸ ਦੇ ਵਿੱਚ ਜੇਕਰ ਜਾਈਏ ਤੇ ਟਰੂਡੋ ਦੇ ਫਾਦਰ ਜਿਹੜੇ ਸੀਗੇ ਉਹਨਾਂ ਨੇ ਵੀ ਉਸ ਟਾਈਮ ਤੇ 1982 ਦੇ ਵਿੱਚ ਇਹੀ ਚੀਜ਼ ਨੂੰ ਸਹਾਰਾ ਲੈ ਕੇ ਇਲੈਕਸ਼ਨਸ ਦੇ ਵਿੱਚ ਆਏ ਸੀ। ਉਹ ਸਹਾਰੇ ਦੀ ਗੱਲ ਨਾ ਕਰੋ ਤੁਸੀਂ। ਇਹ ਤੁਸੀਂ ਉਹ ਗੱਲ ਨੂੰ ਸਹਾਰੇ ਦੀ ਗੱਲ ਨਹੀਂ, ਉਹ ਗੱਲ ਕਰ ਰਿਹਾ ਜਿਹੜੀ ਉਹਦੀ ਇੰਟੈਲੀਜੈਂਸ ਉਹਨੂੰ ਦੱਸ ਰਹੀ ਆ। ਬਿਲਕੁਲ। ਉਹ ਆਪਣੇ ਆਪ ਤਾਂ ਬੋਲ ਨਹੀਂ ਰਿਹਾ। ਤੇ ਫਿਰ ਕਿਤੇ ਲੱਗਦਾ ਹੈ ਕਿ ਇਹ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਨੇ ਉਹਨਾਂ 'ਚ ਤਕਰਾਰ ਜ਼ਿਆਦਾ ਹੋ ਜਾਏਗੀ ਇਸ ਦੇ ਬੇਸ ਤੇ। ਇਹ ਤਾਂ ਹੁਣ ਇੰਡੀਆ ਵਾਲਿਆਂ ਨੂੰ ਚਾਹੀਦਾ ਬਈ ਜਿਹੜਾ ਉਹ ਇੰਨਾ ਬਿਆਨ ਦਿੰਦੇ ਰਹੇ, ਅਮਿਤ ਸ਼ਾਹ ਦਿੰਦਾ ਰਿਹਾ, ਹੋਰ ਦਿੰਦੇ ਰਹੇ, ਉਦੋਂ ਉਹਨਾਂ ਨੂੰ ਅੰਗਰੇਜ਼ ਕਰਨਾ ਚਾਹੀਦਾ ਸੀ। ਆਪਣੇ ਆਪ ਤਾਂ ਉਹ ਫਸੇ ਹੋਏ ਆ। ਆਪਣੇ ਆਪ ਉਹਨਾਂ ਨੇ ਉਹ ਕਿੰਨੇ ਬਿਆਨ ਦਿੱਤੇ ਹੋਏ, YouTube ਤੇ ਆਏ ਹੋਇਆ, ਨਿਊਜ਼ਾਂ ਤੇ ਆਏ ਹੋਏ ਆ। ਆਪਣੇ ਆਪ ਤਾਂ ਫਸੇ ਹੋਏ ਆ ਉਹ। ਇਹਨਾਂ ਨੇ ਉਹ ਸਾਰੇ ਐਵੀਡੈਂਸ ਇਹਨਾਂ ਦੀ ਇੰਟੈਲੀਜੈਂਸ ਨੇ ਇਕੱਠੇ ਕਰ ਲਏ ਤੇ ਉਹਨਾਂ ਨੇ ਆਪਦੇ ਪ੍ਰਾਈਮ ਮਿਨਿਸਟਰ ਨੂੰ ਦੇਤੇ। ਜੇ ਉਹਨਾਂ ਨੂੰ ਇੰਨਾ ਹੀ ਸੀ ਉਹ ਆਦਾ ਮੂੰਹ ਨਾ ਖੋਲਦੇ, ਕੁਝ ਵੀ ਹੋ ਹੀ ਜਾਂਦਾ। ਤੇ ਉਹਨਾਂ ਵੱਲੋਂ ਮਤਲਬ ਸਾਫ਼ ਤਰ੍ਹਾਂ ਤੇ ਮੁੱਕਰਿਆ ਜਾ ਰਿਹਾ ਇਸ ਚੀਜ਼ ਤੋਂ ਲੈ ਕੇ, ਤੇ ਉਹਨਾਂ ਨੇ ਵੀ ਫਿਰ ਕੈਨੇਡਾ ਦੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਐਕਸਪੈਲ ਕਰ ਦਿੱਤਾ। ਉਹ ਕੁਝ ਵੀ ਕਰੀ ਜਾਂਦੇ ਆ, ਪਰ ਜਿਹੜਾ ਕੁਝ ਉਹਨਾਂ ਨੇ ਪਹਿਲਾਂ ਬੋਲਿਆ ਇੰਡੀਆ ਵਾਲਿਆਂ ਨੇ, ਜਾਂ ਉਹਨਾਂ ਦੇ ਕੋਈ ਮਿਨਿਸਟਰ ਬੋਲ ਰਿਹਾ, ਕੋਈ ਵੀ ਬੋਲ ਰਿਹਾ, ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਸੀ। ਨਾ ਬੋਲਦੇ ਹੋ। ਉਹ ਇਹਦੇ 'ਚ ਕੀ ਆ, ਜ਼ਿਆਦਾ ਇਹਦੇ ਜ਼ਿੰਮੇਵਾਰ ਉਹ ਆ ਆਪਣੇ ਆਪ ਦੇ ਵਿੱਚ। ਇੰਡੀਆ ਆਪਣੇ ਆਪ ਤੇ ਜ਼ਿੰਮੇਵਾਰ ਆ। ਉਹਨਾਂ ਨੂੰ ਨਹੀਂ ਸੀ ਕੁਝ ਬੋਲਣਾ ਚਾਹੀਦਾ। ਉਹਨਾਂ ਨੂੰ ਦੂਜੇ ਕੰਟਰੀ ਦੇ ਵਿੱਚ ਕੋਈ ਇੰਟਰਫੀਅਰ ਨਹੀਂ ਕਰਨਾ ਚਾਹੀਦਾ। ਕੀ ਹੋ ਰਿਹਾ, ਕਿ ਆਪਦੇ ਮੁਲਕ 'ਚੋਂ ਕੀ ਕਰਦੇ ਆ ਕੀ ਨਹੀਂ, ਜੋ ਮਰਜ਼ੀ ਉਹ ਕਰੀ ਜਾਣ। ਜੇ ਕੈਨੇਡਾ ਵਾਲੇ ਉੱਥੇ ਦਖਲਅੰਦਾਜ਼ੀ ਕਰਨ ਬਈ ਤੁਹਾਡੇ ਮੁਲਕ 'ਚ ਆਹ ਹੋ ਰਿਹਾ, ਫਿਰ ਉਹ ਗੱਲ ਕਰ ਸਕਦੇ ਆ। ਮਤਲਬ ਇਹ ਹੈ ਕਿ ਦੋਨਾਂ ਮੁਲਕਾਂ ਦੀ ਜਿਹੜੀ ਆਪਣੀ ਅੰਦਰੂਨੀ ਗੱਲ ਹੈ ਅੰਦਰੂਨੀ ਹੀ ਰੱਖੀ ਜਾਵੇ ਤੇ ਦੂਸਰਿਆਂ ਤੇ ਬਿਆਨਬਾਜ਼ੀ ਕਰਕੇ ਚੀਜ਼ਾਂ ਨੂੰ ਨਾ ਥੋਪਿਆ ਜਾਵੇ। ਉਹਦੇ 'ਚ ਕੀ ਆ, ਜਿਹੜਾ ਇੰਡੀਆ ਦੇ ਵਿੱਚ ਆ ਉਹ ਪੋਲੀਟਿਕਸ ਇਹ ਚੱਲਦੀ ਆ ਵੀ ਡਿਵਾਈਡ ਐਂਡ ਰੂਲ ਵਾਲੀ। ਬਿਲਕੁਲ। ਪਹਿਲਾਂ ਜਿਹੜੇ ਗੋਰੇ ਸੀ ਉਹ ਡਿਵਾਈਡ ਐਂਡ ਰੂਲ ਕਰਕੇ ਉੱਥੇ ਰਾਜ ਕੀਤਾ ਉਹਨਾਂ ਨੇ। ਉਹਨਾਂ ਨੇ ਉਹੀ ਪਾਲਿਸੀ ਉੱਥੇ ਅਡਾਪਟ ਕਰ ਲਈ ਆ। ਤੇ ਜੇ ਜਿੰਨੇ ਵੀ ਉੱਥੇ ਇੰਡੀਆ ਦੇ ਵਿੱਚ ਰਹਿੰਦੇ ਆ, ਚਾਹੇ ਮੁਸਲਮਾਨ ਆ, ਸਿੱਖ ਆ, ਈਸਾਈ ਆ, ਹਿੰਦੂ ਆ, ਕੁਛ ਵੀ ਆ, ਦੇ ਆਰ ਇੰਡੀਅਨ। ਉਹ ਸਾਰਿਆਂ ਦੀ ਟੇਕ ਕੇਅਰ ਕਰਨ, ਗੱਲ ਖਤਮ। ਕੋਈ ਨੌਬਤ ਆਉਂਦੀ ਨਹੀਂ ਇਹ ਜੀ। ਤੇ ਜਦੋਂ ਇੱਕ ਧਰਮ ਆਪਾਂ ਇੱਥੇ ਆਪਾਂ ਕੈਨੇਡੀਅਨ ਆ, ਇੱਥੇ ਜੇ ਅਸੀਂ ਕਹੀਏ ਵੀ ਅਸੀਂ ਸਿੱਖ ਹਾਂ, ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ, ਉਹ ਤਾਂ ਅਸੀਂ ਫ੍ਰੈਕਸ਼ਨ ਪਾ ਰਹੇ ਹਾਂ। ਆਪਾਂ ਸਾਰੇ ਆ ਜਿਹੜੇ ਕੈਨੇਡੀਅਨ ਆ। ਦੈਟਸ ਇਟ, ਸਿੰਪਲ ਦੈਟ। ਥੈਂਕ ਯੂ ਸਰ, ਥੈਂਕ ਯੂ।
ਤੇ ਇਹੀ ਹੈ ਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਵੱਖਰੇ ਵੱਖਰੇ ਮਿਲੇ ਜੁਲੇ ਜਿਹੜੇ ਵਿਚਾਰ ਮਿਲਦੇ ਹੋਏ ਨੇ। ਕਿਸੇ ਦਾ ਤਾਂ ਕਹਿਣਾ ਕਿ ਜੋ ਵੀ ਬਿਆਨਬਾਜ਼ੀ ਕੀਤੀ ਗਈ ਤੱਥਾਂ ਦੇ ਆਧਾਰ ਤੇ ਕੀਤੀ ਗਈ ਹੈ ਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਪੇਸ਼ ਕੀਤਾ ਗਿਆ, ਪਰ ਕਿਤੇ ਨਾ ਕਿਤੇ ਭਾਰਤ ਜਿਹੜਾ ਇਹਨਾਂ ਗੱਲਾਂ ਤੋਂ ਮੁਨਕਰ ਹੋ ਰਿਹਾ ਹੈ। ਦੂਜੇ ਪਾਸੇ ਦੇਖਣਾ ਇਹ ਹੈ ਕਿ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜੋ ਕੁਝ ਵੀ ਟਰੂਡੋ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਉਹ ਜਿਹੜੀ ਵੋਟ ਬੈਂਕ ਹੈ ਉਸ ਨੂੰ ਆਪਣੇ ਵੱਲ ਖਿੱਚਣ ਦੇ ਲਈ ਕੀਤੀ ਗਈ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਇਹ ਵੀ ਅਸੀਂ ਜਾਣਨਾ ਚਾਹਾਂਗੇ ਤੇ ਅੱਗੇ ਹੋਰ ਗੱਲਬਾਤ ਕਰਦੇ ਹਾਂ। ਜੁੜੇ ਰਹੋ ਸਾਡੇ ਨਾਲ। ਜਿਹੜੀ ਗੱਲ ਹੋ ਰਹੀ ਹੈ ਭਾਰਤ ਦੀ ਹੋ ਰਹੀ ਹੈ, ਭਾਰਤ ਇਸ ਗੱਲ ਤੋਂ ਬਿਲਕੁਲ ਹੀ ਮਨਾ ਕਰ ਰਿਹਾ ਕਿ ਇਹਦੇ ਵਿੱਚ ਸਾਡੀ ਕੋਈ ਇਨਵੋਲਵਮੈਂਟ ਨਹੀਂ ਹੋਗੀ, ਪਰ ਜਿਹੜੇ ਟਰੂਡੋ ਨੇ ਗੱਲ ਕੀਤੀ ਹੈ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸੂਤਰਾਂ ਤੋਂ ਜਿਹੜਾ ਪਤਾ ਲੱਗਿਆ ਚੀਜ਼ ਸਾਹਮਣੇ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ ਜੋ ਹੋ ਰਹੀ ਹੈ ਕਿਸ ਹੱਦ ਤੱਕ ਸਹੀ ਹੈ ਜਾਂ ਕੀ ਇਹਦੇ ਤੱਥ ਨੇ? ਇਹ ਜੀ ਐਕਚੁਅਲੀ ਦੇਖੋ ਇਹਦੇ ਲਈ ਤਾਂ ਟੋਟਲੀ ਹੈ ਨਾ ਆਪਣਾ ਭਾਰਤ ਹੀ ਜ਼ਿੰਮੇਵਾਰ ਆ। ਜਿੱਦਾਂ ਨਾ ਭਾਰਤ ਦੀ ਸਰਕਾਰ ਹੋ ਗਈ, ਹੁਣ ਜਿੱਦਾਂ ਇੱਥੇ ਨਿੱਜਰ ਰਹਿ ਰਿਹਾ ਸੀਗਾ ਤੇ ਉਹਦੇ ਜਿੱਦਾਂ ਨਾ ਜਵਾਕ ਸੀਗੇ ਉਹਨਾਂ ਨੂੰ ਇੱਥੇ ਨਾ ਕੋਈ ਸਹੂਲਤ ਮਿਲੀ, ਉਹਨਾਂ ਦਾ ਘਰ ਪੱਟਿਆ ਗਿਆ। ਤੇ ਇੱਥੇ ਤੱਕ ਕਿ ਪੰਜਾਬ 'ਚ ਵੀ ਉਹਨਾਂ ਦਾ ਘਰ ਹੈ ਨਾ ਜਿੱਦਾਂ ਨਾ ਫਰੋਲਿਆ ਗਿਆ, ਫਰਸ਼ ਪੱਟੇ ਗਏ ਵੀ ਇਹ ਅੱਤਵਾਦੀ ਆ ਉੱਦਾਂ ਤਾਂ ਓਬੀਅਸ ਆ। ਤੇ ਇੱਥੇ ਰਹਿ ਕੇ ਵੀ ਉਹ ਸੇਫ ਐਂਡ ਸਿਕਿਉਰ ਨਹੀਂ ਗਾ, ਤਾਂ ਇਹਦੇ ਲਈ ਤਾਂ ਓਬੀਅਸ ਆ ਭਾਰਤੀ ਜ਼ਿੰਮੇਵਾਰ, ਕਿਉਂਕਿ ਉਹਨਾਂ ਦੇ ਇੱਥੇ ਛੱਡੇ ਹੋਏ ਨੇ ਸਾਰਾ ਕੁਝ ਹੀ। ਨਹੀਂ ਸੇਫ ਉਹ ਇੱਥੇ ਨਹੀਂ ਸੀ ਤੇ ਆਪਾਂ ਭਾਰਤ ਨੂੰ ਜ਼ਿੰਮੇਵਾਰ ਮੰਨਦੇ, ਕਿਤੇ ਨਾ ਕਿਤੇ ਕੈਨੇਡੀਅਨ ਗਵਰਨਮੈਂਟ ਜਾਂ ਡਿਫੈਂਸ ਫੇਲ ਨਹੀਂ ਹੋਇਆ ਇਸ ਦੇ ਵਿੱਚ? ਨਹੀਂ ਹੁਣ ਤੁਸੀਂ ਆਪ ਦੱਸੋ, ਜੇ ਹੁਣ ਉਹ ਜ਼ਿੰਮੇਵਾਰ ਨਹੀਂ ਹੈਗਾ, ਇੱਥੇ ਕੈਨੇਡਾ ਜ਼ਿੰਮੇਵਾਰ ਨਹੀਂ, ਤਾਂ ਫਿਰ ਉਹਨਾਂ ਨੇ ਉੱਥੇ ਪੰਜਾਬ 'ਚ ਉਹਦਾ ਘਰ ਕਿਉਂ ਪੱਟਿਆ? ਤੇ ਉਹਦਾ ਘਰ ਤਾਂ ਉੱਥੇ ਵੀ ਪੱਟਿਆ ਗਿਆ ਨਾ। ਪਰ ਹੱਤਿਆ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਹੋਈ ਆ। ਹਾਂਜੀ, ਤੇ ਉਹੀ ਤਾਂ ਕਹਿ ਰਿਹਾ ਮੈਂ। ਤੇ ਉਹਨਾਂ ਦਾ ਹੁਣ ਇੱਥੇ ਜਿੱਦਾਂ ਭਾਰਤ ਦੇ ਇੱਥੇ ਛੱਡੇ ਹੋਏ ਨੇ, ਕੀ ਕਹਿ ਰਹੇ ਉਹਨਾਂ ਨੂੰ, ਕੀ ਕਹਿੰਦੇ ਹੁੰਦੇ ਨੇ ਹੁਣ, ਮੈਂ ਦੂਤ ਜਾਂ, ਤੇ ਉਹਨਾਂ ਨੇ ਛੱਡੇ ਹੋਏ ਨੇ ਤੇ ਓਬੀਅਸ ਆ ਉਹ ਹੁਣ ਸਾਰੀ ਖਬਰ ਰੱਖਦੇ ਨੇ। ਤੇ ਉਹਨਾਂ ਨੇ ਦੇਖਿਆ ਵਾ ਤੇ ਸਰਿਆਮ ਉਹਨਾਂ ਨੇ ਉਹਨਾਂ ਨੂੰ ਮਾਰਤਾ ਤੇ ਨਾਂ ਦੇਤਾ ਵੀ ਜਿੱਦਾਂ ਨਾ ਮਰਡਰ ਨਹੀਂ ਕੀਤਾ ਗਿਆ ਹੈਗਾ। ਤੇ ਉਸ ਤੋਂ ਬਾਅਦ ਇੱਕ ਖੰਡਾ ਸੀਗਾ ਜੀ ਇੰਗਲੈਂਡ 'ਚ, ਉਹਦਾ ਵੀ ਇੱਦਾਂ ਹੀ ਹੋਇਆ ਵਾ। ਤੇ ਜਿਹੜੇ ਵੀ ਜਿੱਦਾਂ ਆਪਾਂ ਖਾਲਿਸਤਾਨ ਨੂੰ ਸਪੋਰਟ ਕਰਦੇ ਆ ਤਾਂ ਉਹ ਓਬੀਅਸ ਆ ਟਿੱਕੇ ਆ ਹੀ ਰਹੇ ਨੇ ਜੀ। ਮਤਲਬ ਲੱਗਦਾ ਹੈ ਕਿ ਜਿਹੜਾ ਬੰਦਾ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਜਾਂ ਆਪਣੇ ਹੱਕਾਂ ਦੀ ਮੰਗ ਕਰਦਾ ਤੇ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈ, ਤੇ ਇਸ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਹੁਣ ਅੰਮ੍ਰਿਤਪਾਲ ਵੀ ਦੇਖਿਆ ਹੀ ਆ ਜੀ ਉੱਥੇ ਪੰਜਾਬ 'ਚ, ਤੇ ਉਹਨੂੰ ਵੀ ਜਿੱਦਾਂ ਗੈਪ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਉਹਨੂੰ ਕੋਈ ਡਰੱਗ ਡੋਜ਼ ਦੇ ਰਹੇ ਸੀਗੇ ਬਹੁਤ ਜ਼ਿਆਦਾ, ਤੇ ਉਹਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਕਿੱਥੇ ਆ, ਤੇ ਉਹ ਬਹੁਤ ਕਮਜ਼ੋਰ ਹੋ ਗਿਆ। ਉਹਨੇ ਵੀ ਰਿਪੋਰਟ ਦਿੱਤੀ ਸੀ, ਆਪਦਾ ਬਿਆਨ ਦਿੱਤਾ ਜੀ। ਪਰ ਉਸ ਤੋਂ ਬਾਅਦ ਤਾਂ ਕੋਈ ਚੀਜ਼ਾਂ ਸਾਹਮਣੇ ਨਹੀਂ ਆਈ ਅੰਮ੍ਰਿਤਪਾਲ ਜੀ ਨੂੰ ਜਦੋਂ ਜੇਲ੍ਹ ਵਿੱਚ ਲੈ ਕੇ ਗਏ। ਤੇ ਹੁਣ ਤੁਸੀਂ ਹੁਣ ਕਈ ਇੰਟਰਵਿਊ ਦੇਖੀਆਂ ਹੋਣੀਆਂ ਜਿੱਦਾਂ ਨਾ ਯੰਗਸਟਰ ਨੇ, ਉਹ ਉੱਥੇ ਕਿਉਂ ਨਹੀਂ ਮੂਹਰੇ ਆ ਰਹੇ? ਉਹਨਾਂ ਨੂੰ ਪਤਾ ਵਾ ਵੀ ਜੇ ਹੁਣ ਅਸੀਂ ਮੂਹਰੇ ਆ ਕੇ ਸਾਡੇ 'ਤੇ ਝੂਠਾ ਪਰਚਾ ਪਾ ਕੇ ਇਹਨਾਂ ਨੇ ਅੰਦਰ ਕਰ ਦੇਣਾ ਵਾ, ਤੇ ਉਹ ਕਿਉਂ ਮੂਹਰੇ ਆਉਣਾ? ਹੁਣ ਤੁਸੀਂ ਆਪ ਦੱਸੋ। ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਤੁਸੀਂ ਇੱਥੇ ਹੈਗੇ ਹੋ, ਤੇ ਤੁਹਾਨੂੰ ਕੀ ਲੱਗਦਾ ਇਸ ਦਾ ਇਫੈਕਟ ਇਨ ਫਿਊਚਰ 'ਚ ਜਾ ਕੇ ਇੱਥੋਂ ਦੇ ਸਟੂਡੈਂਟਸ ਤੇ ਜਾਂ ਜਿਹੜੇ ਪੰਜਾਬੀ ਇਮੀਗ੍ਰੈਂਟਸ ਜਾਂ ਸਿੱਖ ਇਮੀਗ੍ਰੈਂਟਸ ਹੈਗੇ ਨੇ ਕੈਨੇਡਾ ਦੇ ਵਿੱਚ, ਉਹਨਾਂ 'ਤੇ ਕੋਈ ਅਸਰ ਪਊਗਾ? ਤੇ ਹਾਂਜੀ ਇਹ ਤਾਂ ਪੈ ਸਕਦਾ ਜੀ। ਕਿਸ ਤਰੀਕੇ ਨਾਲ? ਤੇ ਕਿੱਦਾਂ ਮਤਲਬ ਅਸਰ ਦਾ ਮਤਲਬ ਹੈ ਕਿ ਜਿਵੇਂ ਤੁਸੀਂ ਇੱਥੇ ਸਟੇ ਕਰ ਰਹੇ ਹੋ ਕਿ ਇੱਧਰੋਂ ਇਹਨਾਂ ਨੇ ਜਿਵੇਂ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਐਕਸਪੈਲ ਕੀਤਾ ਹੋਇਆ ਹੈ ਨਾ, ਕਿ ਇੱਕ ਦੂਜੇ ਦੇ ਜਿਹੜੇ ਦੂਤ ਨੇ ਉਹਨਾਂ ਨੂੰ ਇੱਥੋਂ ਵਾਪਸ ਭੇਜ ਦਿੱਤਾ ਹੈ। ਕੈਨੇਡਾ ਦੇ ਭਾਰਤ ਨੇ ਕੈਨੇਡਾ ਦੇ ਦੂਤ ਨੂੰ ਕਹਿੰਦਾ ਕਿ 5 ਦਿਨ ਦੇ ਅੰਦਰ ਖਾਲੀ ਕਰੇ। ਤੇ ਜਿਹੜੇ ਫਿਰ ਇੱਥੋਂ ਦੇ ਲੋਕ, ਇੱਥੋਂ ਦੀ ਜਨਤਾ ਇੱਥੇ ਆਈ ਹੋਈ ਹੈ, ਜਿਹੜੇ ਇੱਥੇ ਵਸਣਾ ਚਾਹੁੰਦੇ ਨੇ, ਕਿ ਫਿਰ ਇਹ ਡਰ ਨਹੀਂ ਪੈਦਾ ਹੁੰਦਾ ਕਿ ਕੌਣ ਸੰਭੂਗਾ? ਤੇ ਪਹਿਲੀ ਗੱਲ ਉਹ ਆਈ ਕਿਉਂ ਰਹੇ ਨੇ ਇੱਥੋਂ ਪੰਜਾਬ 'ਚ, ਤੇ ਉੱਥੇ ਉਹਨਾਂ ਨੂੰ ਸੇਫ ਐਂਡ ਸਿਕਿਉਰ ਨਹੀਂ ਤਾਂ ਹੀ ਆ ਰਹੇ ਨੇ ਇੱਥੇ। ਤੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਨਾਲੋਂ ਜ਼ਿਆਦਾ ਸੇਫ ਐਂਡ ਸਿਕਿਉਰ ਅਸੀਂ ਕੈਨੇਡਾ ਦੇ ਵਿੱਚ ਆ? ਤੇ ਓਬੀਅਸ ਆ, ਇੱਥੇ ਸਾਰਾ ਕੁਝ ਫਰੀडम ਆ। ਤੇ ਹੁਣ ਤੁਸੀਂ ਆਪ ਦੱਸੋ, ਅਸੀਂ ਪੰਜਾਬ ਜਿੱਦਾਂ ਉੱਥੇ ਬਣਾਉਣ ਦੀ ਮੰਗ ਕਰ ਰਹੇ ਨੇ, ਤੇ ਸਰਕਾਰ ਬਣਾਉਣ ਨਹੀਂ ਦੇ ਰਹੀ, ਤੇ ਕਿਉਂ ਨਹੀਂ ਬਣਾਉਣ ਦੇ ਰਹੀ? ਤੇ ਉਸ ਨੂੰ ਬਣਾ ਕੇ ਤੁਹਾਨੂੰ ਕੀ ਲੱਗਦਾ ਕਿ ਜੇ ਸਿੱਖਾਂ ਨੂੰ ਆਪਣਾ ਰਾਜ ਮੇ ਜਿਹੜੀ ਇੱਕ ਅਲੱਗ ਸਟੇਟ ਹੈ, ਸਿੱਖ ਸਟੇਟ ਮਿਲ ਜਾਏਗੀ, ਉਸ ਦੇ ਨਾਲ ਕੀ ਹੈ? ਹੁਣ ਤੁਸੀਂ ਦੱਸੋ। ਤੇ ਹੁਣ ਆਪਾਂ ਉੱਥੇ ਪੰਜਾਬ 'ਚ ਰਹਿ ਰਹੇ ਹਾਂ, ਤੇ ਉੱਥੇ ਕੀ ਚੱਲਦੀ ਪਈ ਹੈ? ਹਿੰਦੀ। ਤੇ ਪੰਜਾਬੀ ਤਾਂ ਪ੍ਰਮੋਟ ਹੀ ਨਹੀਂ ਕਰ ਰਹੇ ਕੋਈ, ਤਾਂ ਓਬੀਅਸ ਆ। ਤੇ ਹੁਣ ਜਦ ਸਾਡਾ ਆਪਦਾ ਫਿਊਚਰ ਹੀ ਖਤਰੇ 'ਚ ਆ, ਜਿੱਦਾਂ ਆਪਣਾ ਰਿਲੀਜੀਅਸ ਖਤਰੇ 'ਚ ਆ, ਤੇ ਓਬੀਅਸ ਆ ਕੋਈ ਕਦਮ ਦਾ ਚੱਕਣਾ ਪੈਣਾ ਵਾ। ਤੇ ਹੁਣ ਜਿੱਦਾਂ ਅੰਮ੍ਰਿਤਪਾਲ ਨੇ ਚੱਕਿਆ ਸੀ, ਕਿੰਨੇ ਉੱਥੇ ਜਿੱਦਾਂ ਨਸ਼ਾ ਕਰਦੇ ਸੀਗੇ, ਕਿੰਨੇ ਛਡਵਾਏ। ਤੇ ਹੁਣ ਤਾਂ ਉਹਨੇ ਤਾਂ ਚੰਗਾ ਕੰਮ ਹੀ ਕਰ ਰਿਹਾ ਸੀ, ਨਸ਼ਾ ਛਡਵਾ ਰਿਹਾ ਸੀਗਾ ਲੋਕਾਂ ਦਾ, ਤੇ ਆਪਦਾ ਜਿੱਦਾਂ ਨਾ ਆਪਣੇ ਕਲਚਰ ਨੂੰ ਐਕਸਪੈਂਡ ਕਰ ਰਿਹਾ ਸੀਗਾ, ਤੇ ਉਹਦੇ ਪਿੱਛੇ ਵੀ ਉਹਨਾਂ ਨੂੰ ਦਿੱਕਤ ਆ ਗਈ। ਤੇ ਹੁਣ ਇੱਥੇ ਕੋਈ ਵੀ ਲੋਕ ਇੱਦਾਂ ਤਾਂ ਅੱਗੇ ਨਹੀਂ ਆ ਰਹੇ। ਤੇ ਆਪਣਾ ਇਹ ਮੰਨਣਾ ਹੈ ਕਿ ਭਾਰਤ ਵਿੱਚ ਸੇਫ ਨਾ ਹੁੰਦੇ ਹੋਏ ਅਸੀਂ ਰੁਖ ਜਿਹੜਾ ਬਾਹਰ ਵੱਲ ਨੂੰ ਕੀਤਾ, ਤੇ ਬਾਹਰ ਦੇ ਜੇਕਰ ਸਾਡੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਹੈ, ਸਾਡੇ ਵਿਚਾਰਾਂ ਦੀ ਗੱਲ ਕੀਤੀ ਜਾਂਦੀ ਹੈ, ਤੇ ਉਸ ਦਾ ਜੇਕਰ ਵਿਰੋਧ ਕੀਤਾ ਜਾਂਦਾ ਤੇ ਉਹ ਵੀ ਗਲਤ ਹੈ। ਹਾਂਜੀ ਹਾਂ, ਇਹ ਤਾਂ ਹੈਗਾ ਜੀ। ਥੈਂਕ ਯੂ ਤੁਹਾਡਾ ਆਪਣੇ ਵਿਚਾਰ ਦੇਣ ਲਈ, ਥੈਂਕ ਯੂ ਸੋ ਮਚ ਸਰ। ਤੇ ਸਰ ਜਿਵੇਂ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ 'ਚ ਜਿਹੜੀ ਤਕਰਾਰ ਆਈ ਹੈ, ਉਸ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ? ਜੋ ਕਿ ਗੱਲ ਅਗਰ ਤੇ ਸੱਚਾਈ ਹੈ, ਜੋ ਕਿਲਿੰਗ ਹੋਈ ਹੈ ਆਪਣੇ ਸਿੱਖ ਪਰਸਨਸ ਦੀ, ਮੈਨਕਾइंड ਡਾਈਂਗ ਕਰੇ ਵੀ ਉਹ ਗਲਤ ਹੀ, ਉਹ ਸਹੀ ਨਹੀਂ ਹੈ। ਅਗਰ ਐਸਾ ਹੋਇਆ ਹੈ ਵਿਦ ਇੰਡੀਅਨ ਅਥਾਰਟੀਜ਼ ਤੇ ਉਹ ਸਹੀ ਨਹੀਂ ਹੈ। ਤੇ ਪਰ ਇੰਡੀਅਨ ਅਥਾਰਟੀ ਤਾਂ ਇਸ ਗੱਲ ਤੋਂ ਪੂਰੀ ਤਰ੍ਹਾਂ ਨਾਲ ਮੁੱਕਰ ਰਹੀ ਹੈ ਕਿ ਐਸਾ ਕੁਝ ਨਹੀਂ ਹੋਇਆ। ਹਾਂਜੀ, ਉਹ ਤੇ ਕੋਈ ਵੀ ਆਪਣਾ ਡਿਫੈਂਸ ਕਰੇਗਾ, ਆਪਣੇ ਪ੍ਰੂਫ ਦੇਏਗਾ, ਔਰ ਅਗਰ ਕਿਸੇ ਤਰੀਕੇ ਨਾਲ ਉਹ ਚੀਜ਼ ਪ੍ਰੂਵ ਹੋ ਸਕਦੀ ਹੈ ਕਿ ਜੋ ਆਪਾਂ ਅਕਾਊਂਟੇਬਲ ਠਹਿਰਾ ਸਕਦੇ ਹਾਂ ਕਿਸੇ ਨੂੰ, ਅਗਰ ਇੰਡੀਅਨ ਅਥਾਰਟੀਜ਼ ਨੇ ਕੀਤਾ ਹੈ, ਦੈਨ ਦੇ ਗੋਨਾ ਸ਼ੋਰ ਪ੍ਰੋਸੀਡ ਦੈਟ, ਕਿਉਂਕਿ ਇਹ ਚੀਜ਼ਾਂ ਤੇ ਇੰਟਰਨੈਸ਼ਨਲ ਕੋਰਟ ਐਂਡ ਲਾਜ਼ ਦੇ ਵਿੱਚ ਪ੍ਰੂਵ ਕਰਨੀਆਂ ਪੈਣਗੀਆਂ, ਵੈਸੇ ਵਰਬਲੀ ਤੇ ਨਹੀਂ ਹੋ ਸਕਦਾ। ਹਾਂ ਬਿਲਕੁਲ, ਪਰ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜਾ ਕਿ ਦੋਨੋਂ ਕੰਟਰੀਜ਼ ਵੱਲੋਂ ਇੱਕ ਦੂਜੇ ਦੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ, ਤੇ ਆਪਾਂ ਨੂੰ ਨਹੀਂ ਲੱਗਦਾ ਕਿ ਬੜੇ ਤਤਪਰ ਹੋ ਕੇ ਡਿਸੀਜਨ ਲੈ ਗਏ ਹੋਏ ਨੇ ਗੱਲ ਨੂੰ, ਮੁੱਦਿਆਂ ਨੂੰ ਸੁਲਝਾਉਣ ਦੀ ਜਗ੍ਹਾ ਜਾਂ ਉਸ ਤੇ ਗੱਲ ਕਰਨ ਦੀ ਜਗ੍ਹਾ ਤੇ?
ਇੰਡੀਆ ਕੈਨੇਡਾ ਵੈਸੇ ਵੀ ਪਹਿਲੇ ਕੋਈ ਅੱਛੀਆਂ ਟਰਮਸ ਤੇ ਨਹੀਂ ਹੈਗੇ। ਥੀਸ ਬੋਥ ਕੰਟਰੀਜ਼ ਡੋਂਟ ਲਾਈਕ ਈਚ ਅਦਰ ਵੈਰੀ ਮੱਚ। ਸੋ ਇਹ ਚੀਜ਼ਾਂ ਤਲਖੀ ਬਿਆਨ ਕਰਦੀਆਂ ਨੇ ਕਿ ਦੋਨੋਂ ਦੇਸ਼ ਇੱਕ ਦੂਜੇ ਨੂੰ ਕਿੰਨਾ ਕੁ ਪਸੰਦ ਕਰਦੇ ਨੇ। ਵੀ ਆਲ ਨੋ ਕਿ ਰਿਲੇਸ਼ਨ ਜੋ ਅੱਛੇ ਨਹੀਂ ਹੈ, ਉਹਨਾਂ ਦਾ ਮੇਨ ਕਾਰਨ ਸਿਰਫ ਇਹੀ ਹੈ ਕਿ ਖਾਲਿਸਤਾਨ ਮੂਵਮੈਂਟ ਦਾ ਇੱਥੇ ਹੋਣਾ, ਹੋਰ ਕੋਈ ਰੀਜ਼ਨ ਨਹੀਂ ਹੈ ਬਿਟਵੀਨ ਕੈਨੇਡਾ ਐਂਡ ਇੰਡੀਆ। ਤੇ ਕਿਤੇ ਇਹ ਚੀਜ਼ਾਂ ਜਿਹੜੀ ਇਹਨਾਂ ਦੀ ਇਕਨੋਮੀ ਹੈ ਜਾਂ ਇਹਨਾਂ ਦੇ ਰਿਲੇਸ਼ਨਸ ਨੇ, ਜੋ ਇਨਵੈਸਟਮੈਂਟਸ ਹੈ, ਇਹ ਕੈਨੇਡਾ ਦੇ ਇੰਡੀਆ ਦੇ ਵਿੱਚ ਜਾਂ ਇੰਡੀਆ ਵੱਲੋਂ ਇੱਧਰ ਉਤਸ਼ਾਹਿਤ ਕੀਤਾ ਜਾਂਦਾ ਕਿ ਇਨਵੈਸਟਮੈਂਟ ਹੋਏ, ਤੇ ਉਸ 'ਤੇ ਵੀ ਕੋਈ ਇਫੈਕਟ ਪੈ ਸਕਦਾ ਹੈ? ਡੈਫੀਨੇਟਲੀ ਪਏਗਾ। ਜਿਵੇਂ ਕਿ ਹੁਣ ਵੈਸਟ ਦੇ ਵਿੱਚ ਵੀ ਅਕਸਰ ਗੱਲਾਂ ਹੁੰਦੀਆਂ ਨੇ, ਦਾ ਸਨ ਵਿਲ ਰਾਈਜ਼ ਅਗੇਨ ਫਰੋਮ ਦਾ ਈਸਟ, ਕਿ ਆਹ ਸੈਂਚੁਰੀ ਹੈ ਜੋ ਮਤਲਬ ਆਲ ਓਵਰ ਦਾ ਗਲੋਬ ਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਦਿਸ ਸੈਂਚੁਰੀ ਗੋਨਾ ਬੀ ਇੰਡੀਆਜ਼। ਸੋ ਇੰਡੀਆ ਇੱਕ ਮਾਰਕੀਟ ਹੈ, ਮਤਲਬ ਲੀਡਿੰਗ ਮਾਰਕੀਟ ਹੈ ਆਲ ਓਵਰ ਦਾ ਵਰਲਡ ਲਈ। ਸੋ ਇੰਡੀਆ ਦਾ ਨਾ ਹੋਣਾ ਕਿਸੇ ਵੀ ਦੇਸ਼ ਦੇ ਨਾਲ, ਜਿਵੇਂ ਕਿ G20 ਦੇ ਵਿੱਚ ਵੀ, ਤੇ ਉਹ ਕਿਸੇ ਵੀ ਦੇਸ਼ ਲਈ ਮਤਲਬ ਘੱਟ ਬੈਨੀਫਿਸ਼ਰੀ ਤੇ ਜ਼ਰੂਰ ਹੋਏਗਾ। ਉਹਨਾਂ ਦੀ ਇਕਨੋਮੀ, ਜੋਬਸ ਐਂਡ ਹੋਰ ਕਈ ਚੀਜ਼ਾਂ, ਜਿਵੇਂ US ਅਗਰ ਕੈਨੇਡਾ ਦੀ ਗੱਲ ਕਰੀਏ, ਮੋਸਟ ਆਫ ਦਾ ਇੰਡੀਅਨਸ ਟੈਕਸ, ਡਾਕਟਰਸ, ਸੌਫਟਵੇਅਰਸ ਜੋ ਇੱਥੇ ਆ ਕੇ ਇਹਨਾਂ ਨੂੰ ਗਰੂਮ ਅਪ ਕਰਦੇ ਨੇ, ਇਹਨਾਂ ਦੀ ਇਕਨੋਮੀ ਨੂੰ ਅੱਗੇ ਲੈ ਕੇ ਜਾਂਦੇ ਨੇ। ਸੋ ਉਸ ਚੀਜ਼ ਦੇ ਉੱਤੇ ਥੋੜਾ ਜਿਹਾ ਚੋਟ ਆਏਗੀ, ਉਹ ਚੀਜ਼ਾਂ ਥੱਲੇ ਜਾਣ। ਸੋ ਇਟ ਵਿਲ ਇਫੈਕਟ ਕੈਨੇਡਾ? ਜੀ ਡੈਫੀਨੇਟਲੀ। ਨਾਟ ਇੰਡੀਆ? ਇੰਡੀਆ ਨੂੰ ਪਏਗਾ ਵੀ ਤਾਂ ਬਹੁਤ ਘੱਟ ਪਏਗਾ, ਬਿਕਾਜ਼ ਇੰਡੀਆ ਤੋਂ ਤਾਂ ਸਿਰਫ ਇਮੀਗ੍ਰੇਸ਼ਨ ਹੁੰਦੀ ਹੈ। ਮੈਂ ਕਦੀ ਕੁਛ ਐਸਾ ਨਹੀਂ ਦੇਖਿਆ ਕਿ ਕੈਨੇਡਾ ਦੀ ਹੈਲਪ ਲਈ ਹੋਏ ਇੰਡੀਆ ਨੇ, ਮਤਲਬ ਕਿਸੇ ਮੇਜਰ ਐਸਪੈਕਟ ਦੇ ਵਿੱਚ ਹੋਏ, ਰਾਦਰ ਦੈਨ ਇਮੀਗ੍ਰੇਸ਼ਨ। ਸੋ ਇਮੀਗ੍ਰੇਸ਼ਨ ਤੇ ਕੀ ਇਫੈਕਟ ਹੋ ਸਕਦਾ ਫਿਰ ਇਸਦਾ? ਇਮੀਗ੍ਰੇਸ਼ਨ ਦੇ ਵਿੱਚ ਇਹ ਇਫੈਕਟ ਹੋ ਸਕਦਾ ਹੈ ਕਿ ਥੋੜੇ ਵੀਜ਼ਾ ਸਟਫ ਹੋ ਸਕਦੇ ਨੇ, ਜਾਂ ਲੋਕੀ ਜਿਵੇਂ ਇੱਕ ਮਤਲਬ ਲੋਕਾਂ ਦੇ ਵਿੱਚ ਆਪ ਦੀ ਭਾਵਨਾ ਚੱਲਦੀ ਏ, ਨਾ ਕਿ ਨਾਰਥ ਇੰਡੀਆ ਨੂੰ ਛੱਡ ਕੇ, ਅਗਰ ਆਪਾਂ ਸਪੈਸੀਫਿਕਲੀ ਕਹੀਏ ਤੇ ਪੰਜਾਬੀ ਲੋਕ, ਬਿਕਾਜ਼ ਪੰਜਾਬੀ ਲੋਕ ਤੇ ਖੁਸ਼ ਨੇ ਟਰੂਡੋ ਦੇ ਇਸ ਅਨਾਉਂਸਮੈਂਟ ਤੋਂ ਬਾਅਦ। ਸੋ ਜੋ ਦੂਜਾ ਮਤਲਬ ਰੈਸਟ ਆਫ ਦਾ ਇੰਡੀਆ, ਉਹ ਮਤਲਬ ਇੱਕ ਖੁਦ ਲੋਕਾਂ ਦੇ ਵਿੱਚ ਸੈਂਟੀਮੈਂਟ ਹੋ ਸਕਦਾ ਹੈ ਕਿ ਉਹ ਪ੍ਰੈਫਰ ਨਾ ਕਰਨ। ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਲੋਕ ਖੁਸ਼ ਨੇ, ਤੇ ਕਿਤੇ ਨਾ ਕਿਤੇ ਇਹ ਗੱਲ ਨਹੀਂ ਆਉਂਦੀ ਕਿ ਮੇਬੀ ਇਹ ਵੋਟ ਬੈਂਕ ਦਾ ਚੱਕਰ ਹੋਏ ਜਿਹੜਾ ਆਉਣ ਵਾਲੀਆਂ ਵੋਟਾਂ 'ਚ ਯੂਜ਼ ਕਰਨਾ ਹੋਏ? ਕੋਈ ਵੀ ਪੋਲੀਟੀਸ਼ੀਅਨਸ ਹੈ ਜਿਹੜਾ, ਉਹ ਭਾਵੇਂ ਕਿਸੇ ਵੀ ਕੋਰਨਰ ਦੇ ਵਿੱਚ ਹੋਏ ਵਰਲਡ ਦੇ, ਕੋਈ ਵੀ ਕਲੀਨ ਨਹੀਂ ਹੁੰਦਾ 100%। ਪੋਲੀਟੀਸ਼ੀਅਨ ਨੇ ਪੋਲੀਟਿਕਸ ਕਰਨੀ ਹੀ ਹੁੰਦੀ ਹੈ। ਸੋ ਐਵੇਂ ਦੇ ਮੌਕੇ ਤੇ ਜਿਵੇਂ ਇਲੈਕਸ਼ਨ ਸਿਰ ਤੇ ਨੇ, ਉਦੋਂ ਪਹਿਲਾਂ ਐਵੇਂ ਦੀਆਂ ਗੱਲਾਂ ਹੋਣੀਆਂ, ਉਹ ਕਿਤੇ ਨਾ ਕਿਤੇ ਮਤਲਬ ਇਹ ਪੋਲੀਟਿਕਸ ਤੋਂ ਇਨਫਲੂਐਂਸ ਹੁੰਦੀਆਂ ਨੇ ਚੀਜ਼ਾਂ। ਇਹ ਵੋਟ ਬੈਂਕ ਹਰ ਕੋਈ ਟਾਰਗੇਟ ਕਰਦਾ ਹੈ। ਤੇ ਜਿੱਦਾਂ ਕਹਿੰਦੇ ਟਾਰਗੇਟ ਕਰਦਾ, ਉਹਨੇ ਸਿੱਖ ਵੋਟ ਬੈਂਕ ਤੇ ਟਾਰਗੇਟ ਕਰ ਲਈ, ਪਰ ਜਿਹੜੀ ਕੈਨੇਡਾ ਦੇ ਵਿੱਚ ਹਿੰਦੂ ਵੋਟ ਬੈਂਕ ਹੈਗੀ ਹੈ, ਤੇ ਉਹ ਉਹਦੇ ਫੇਵਰ 'ਚ ਆਏਗੀ ਜਾਂ ਅਗੇਂਸਟ? ਉਹ ਓਬਵੀਅਸਲੀ ਅਗੇਂਸਟ ਜਾਏਗੀ। ਐਵਰੀ ਕੋਇਨਸ ਦੀਆਂ ਟੂ ਸਾਈਡਸ ਨੇ। ਅਗਰ ਤੁਸੀਂ ਇੱਕ ਨੂੰ ਟਾਰਗੇਟ ਕਰੋਗੇ, ਦੂਜੀ ਤੁਹਾਡੇ ਖਿਲਾਫ ਜਾਏਗੀ ਹੀ ਜਾਏਗੀ। ਸੋ ਉਹਨਾਂ ਇੱਕ ਵਾਰੀ ਕੋਈ ਵੀ ਬੰਦਾ ਆਪਣੇ ਆਫਿਸ ਦੇ ਵਿੱਚ ਪਲਾਨ ਕਰਦਾ ਹੈ ਬੈਕ ਆਫ ਦਾ ਡੋਰਸ ਕਿ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ ਹੈ, ਬਿਕਾਜ਼ ਇੱਕ ਹੀ ਸਾਈਡ ਹੋ ਸਕਦੀ ਹੈ, ਦੋਨੋਂ ਨੇ। ਤੇ ਇਸ ਦੇ ਵਿੱਚ ਫਾਇਦੇ ਤੋਂ ਜ਼ਿਆਦਾ ਫਿਰ ਨੁਕਸਾਨ ਨਹੀਂ ਹੈ? ਹਾਂ, ਉਹ ਤੇ ਮੂਵ ਦਾ ਬਾਅਦ ਚੋਂ ਪਤਾ ਚੱਲੇਗਾ ਕਿ ਉਹ ਮੂਵ ਤੁਹਾਡੇ ਲਈ ਕੀ ਬੈਨੀਫਿਟ ਲੈ ਕੇ ਆਏਗੀ। ਨੁਕਸਾਨ ਔਰ ਫਾਇਦੇ ਔਰ ਮਤਲਬ ਪ੍ਰੋਫਿਟ ਐਂਡ ਲੋਸ ਤੇ ਹਰ ਇੱਕ ਸਾਈਡ ਦਾ ਹੈ ਹੀ ਇਹ। ਮਾਈਟ ਵੀ ਉਹਨਾਂ ਕੁਝ ਕੀਤਾ ਹੋਏ, ਬਟ ਅਪਾਰਟ ਫਰੋਮ ਦਿਸ ਕਿ ਜੋ ਇੱਥੇ ਮੂਵਮੈਂਟਸ ਨੇ, ਅਗਰ ਆਪਾਂ ਉਹ 'ਤੇ ਗੱਲ ਕਰੀਏ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਮਤਲਬ ਮੂਵਮੈਂਟਸ ਨੇ, ਮਤਲਬ ਅਪ ਟੂ ਦਾ ਮਾਰਕ ਨੇ, ਜਾਂ ਸਹੀ ਨੇ, ਹੋਣਾ ਚਾਹੀਦਾ? ਦੇਖੋ, ਬੀਇੰਗ ਫਰੋਮ ਮੀਡੀਆ, ਸਾਨੂੰ ਇਹ ਕਿ ਜੋ ਵੀ ਮੂਵਮੈਂਟਸ ਨੇ, ਜੋ ਉਹਨਾਂ ਦੇ ਵਿਚਾਰ ਨੇ, ਅਸੀਂ ਪ੍ਰੈਜ਼ੈਂਟ ਕਰੀਏ। ਅਸੀਂ ਕਿਸੇ ਦੇ ਪੱਖ ਜਾਂ ਵਿਰੋਧ ਦੇ ਵਿੱਚ ਹੈ ਨਹੀਂ, ਪਰ ਇਹ ਕਿ ਕੋਈ ਐਸਾ ਕੁਐਸਚਨ ਹੋਏ ਮਤਲਬ ਔਨ ਦਾ ਬੇਸਿਸ ਆਫ ਦਾ ਮੂਵਮੈਂਟ, ਹਾਂ, ਦੈਟ ਯੂ ਸ਼ੁਡ ਟੈਲ ਅਸ ਦੈਨ ਵਾਟ ਡੂ ਯੂ ਥਿੰਕ ਅਬਾਊਟ ਦ ਮੂਵਮੈਂਟਸ, ਇਜ਼ ਇਟ ਰਾਈਟ ਔਰ ਰੋਂਗ? ਔਰ ਜਿਵੇਂ ਕਹਿੰਦੇ ਨੇ ਕਿ ਖਾਲਿਸਤਾਨ ਦੀ ਮੰਗ ਜਿਹੜੀ ਹੈ, ਇਹ ਕੈਨੇਡਾ 'ਚ ਬਹਿ ਕੇ ਭਾਰਤ ਦੇ ਵਿੱਚ ਇਹ ਸੂਬੇ ਦੀ ਮੰਗ ਕਰਦੇ ਨੇ, ਕਿ ਇਹ ਜਾਇਜ਼ ਹੈ ਕਿ ਬੈਠੇ ਅਸੀਂ ਖੁਦ ਬਾਹਰ ਹਾਂ ਤੇ ਮੰਗ ਅਸੀਂ ਉੱਥੇ ਦੀ ਰੱਖ ਰਹੇ ਹਾਂ? ਮੇਰੇ ਅਕੋਰਡਿੰਗ ਇਹ ਜਾਇਜ਼ ਨਹੀਂ ਹੈ, ਕਿਉਂਕਿ ਐਵੇਂ ਕੁਝ ਨਹੀਂ ਹੋ ਸਕਦਾ। ਵੀ ਆਲ ਨੋ ਐਵੇਂ ਸਿਰਫ ਤੁਸੀਂ ਇਨਫਲੂਐਂਸ ਕਰ ਸਕਦੇ ਹੋ ਯੂਥ ਨੂੰ, ਬੰਦਾ ਉਹਨਾਂ ਨੂੰ ਭਟਕਾ ਸਕਦਾ ਹੈ। ਜਿਹੜੇ ਸਾਡੇ ਇੱਥੇ ਲੀਡਰ ਨੇ, ਮੈਨੂੰ ਨਹੀਂ ਲੱਗਦਾ ਕਦੀ ਉਹਨਾਂ ਦਾ ਬੱਚਾ ਕਿਸੇ ਨੇ ਇੰਡੀਆ ਪੈਰ ਵੀ ਰੱਖਿਆ ਹੋਇਆ ਜਾ ਕੇ। ਸੋ ਕਿਸੇ ਦੇ ਬੱਚਿਆਂ ਨੂੰ ਭੜਕਾਉਣਾ, ਹਾਂ, ਇਹ ਜ਼ਰੂਰ ਹੋ ਸਕਦਾ ਹੈ। ਮੈਂ ਮਤਲਬ 1984 ਤੋਂ ਉਸ ਤੋਂ ਬਾਅਦ ਜੋ ਸਿੱਖ ਮੂਵਮੈਂਟਸ ਦੇ ਵਿੱਚ ਜੋ ਆਪਣੇ ਖਾੜਕੂ ਸਿੰਘ ਹੋਏ ਨੇ, ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਨੇ, ਮੋਸਟਲੀ ਮੈਂ ਇੱਥੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿਵੇਂ ਕਿ ਮੈਂ ਇੱਥੇ ਗੁਰਦੁਆਰਾ ਸਾਹਿਬ ਬਰੈਂਪਟਨ ਦੇ ਵਿੱਚ ਹੀ ਤੂਫਾਨ ਸਿੰਘ ਜੀ ਦੀ ਮਤਲਬ ਭਰਾ ਦੀ ਸ਼ਾਇਦ ਪੋਤਰੀ ਹੋਏਗੀ ਉਹਨਾਂ ਦੀ, ਉੱਥੇ ਬੋਰਡ ਲੱਗਾ ਸੀ ਕਿ ਉਹਨਾਂ ਦੀ BA ਦੀ ਸੈਕੰਡ ਈਅਰ ਦੀ ਫੀਸ ਲਈ ਡੋਨੇਸ਼ਨ ਚਾਹੀਦੀ ਹੈ। ਸੋ ਅਗਰ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਉੱਥੇ ਇਨਫਲੂਐਂਸ ਕਰਨ ਦਾ ਕਾਬਿਲ ਨਹੀਂ ਰੱਖਦੇ, ਸੋ ਵਟ ਵੀ ਆਰ ਡੂਇੰਗ, ਐਕਚੁਅਲੀ ਦੇ ਆਰ ਕਲੈਕਟਿੰਗ ਮਨੀ ਔਨ ਦਾ ਨੇਮ ਆਫ ਖਾਲਿਸਤਾਨ, ਔਰ ਡਿਫਰੈਂਟ ਜਿਹੜੀ ਉਹ ਡਿਮਾਂਡ ਕਰਦੇ ਨੇ ਸੂਬੇ ਦੀ, ਪਰ ਜਿਹੜੇ ਲੋਕਾਂ ਨੇ ਉਹਨਾਂ ਪਿੱਛੇ ਆਪਣੀਆਂ ਜਾਨਾਂ ਗਵਾਈਆਂ ਨੇ, ਗੱਲ ਕੀਤੀ ਹੈ ਹੱਕਾਂ ਦੀ, ਤੇ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਮੋਨੀਟਰੀ ਹੈਲਪ ਜਿਹੜੀ ਨਹੀਂ ਮਿਲ ਰਹੀ। ਉਹ ਰੋੜ ਰਹੇ ਨੇ। ਉਹ ਅੱਜ ਵੀ 1970s ਦੇ ਕੱਚੇ ਘਰ ਬਣੇ ਨੇ, ਜਿੱਥੇ ਉਹ ਬੀਬੀਆਂ ਵਿਚਾਰੀਆਂ ਨੇ, ਕੋਈ 90 ਸਾਲ ਦੀ ਬੀਬੀ ਹੈ ਜਿਹਦਾ ਕੋਈ ਨਹੀਂ ਹੈ, ਉਹ ਬਜ਼ੁਰਗ ਮਾਤਾ ਹੈ, ਉਹ ਮਤਲਬ ਪਤਾ ਨਹੀਂ ਕਿਵੇਂ ਕਰਕੇ ਆਪਣੀ ਜਾਨ ਨੂੰ ਅੱਗੇ ਤੋਰਦੀ ਪਈ ਹੈ, ਬਿਕਾਜ਼ ਮਰ ਨਹੀਂ ਸਕਦੇ ਆਪਾਂ। ਤੇ ਉਹ ਚੀਜ਼ਾਂ ਨੂੰ ਵੇਖ ਕੇ, ਸਾਰਾ ਕੁਝ ਵੇਖ ਕੇ ਫਿਰ ਇੰਝ ਲੱਗਦਾ ਹੈ ਕਿ ਮਤਲਬ ਇਹ ਸਭ ਹੋ ਕੀ ਰਿਹਾ ਹੈ। ਅਗਰ ਇਹਦੇ ਵਿੱਚ ਮਤਲਬ ਇੰਟੈਂਸ਼ਨਸ ਕਲੀਅਰ ਆਊਟ ਨੇ, 100% ਗੁੱਡ ਇੰਟੈਂਸ਼ਨਸ ਨੇ, ਤੈਨ ਉਹਦਾ ਕੁਝ ਮਤਲਬ ਰਿਜ਼ਲਟ ਵੀ ਬੰਦੇ ਨੂੰ ਦਿਖੇ ਔਨ ਦਾ ਗਰਾਊਂਡ ਜ਼ੀਰੋ, ਬਟ ਇਹ ਸਿਰਫ ਗੱਲਾਂ ਨੇ। ਸੋ ਰਾਦਰ ਇਹਦੇ ਜੋ ਮੇਰਾ ਮੰਨਣਾ ਪਰਸਨਲ ਓਪੀਨੀਅਨ ਹੈ ਕਿ ਆਪਣੀ ਯੂਥ ਨੂੰ ਨਸ਼ਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ,
ਐਜੂਕੇਸ਼ਨ ਦਾ ਲੈਵਲ ਬਿਲਕੁਲ ਨਹੀਂ ਹੈ, ਕੋਈ ਮਤਲਬ 10th +2 ਤੋਂ ਉੱਤੇ ਕੋਈ ਮਤਲਬ ਅੱਗੇ ਆਪਣੀ ਸਪੈਸੀਫਿਕ ਐਜੂਕੇਸ਼ਨ ਦੇ ਵਿੱਚ ਨਹੀਂ ਹੈਗਾ। ਅਗਰ ਆਪਾਂ ਆਪਣੀ ਯੂਥ ਨੂੰ ਪੋਲਿਟਿਕਸ ਦੇ ਵਿੱਚ ਗੁੱਡ ਪੋਲਿਟਿਕਸ ਦੇ ਲਈ ਕਾਬਿਲ ਬਣਾਉਂਦੇ ਆ। ਮੈਂ ਹਰਿਆਣੇ ਤੋਂ ਆ, ਮੈਂ ਆਈ ਕੈਨ ਸੀ ਦੈਟ ਕਿ ਮੇਰੇ ਸਟੇਟ ਦੇ ਵਿੱਚ ਹਰ ਪਿੰਡ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਨੇ, ਤੇ ਆਪਾਂ ਸਪੋਰਟਸ ਦੇ ਵਿੱਚ ਆਪਣੇ ਬੱਚਿਆਂ ਨੂੰ ਉਹ ਕਰੀਏ, ਪੜ੍ਹਾਈ ਅੱਛੀ ਤਾਲੀਮ ਦਈਏ ਉਹਨਾਂ ਨੂੰ। ਅਗਰ ਆਪਾਂ ਖਾਸ ਕਰ ਸਿੱਖੀ ਦੀ ਹੀ ਗੱਲ ਕਰੀਏ, ਸਿੱਖੀ ਨੂੰ ਵੀ ਕੋਈ ਅੱਗੇ ਵਧਾਉਣ ਦੀਆਂ ਕੋਈ ਗੱਲਾਂ ਨਹੀਂ ਕਰਦਾ ਆ, ਲੋਕਾਂ ਨੂੰ ਕੋਈ ਦੱਸਦਾ ਨਹੀਂ। ਸਾਡੇ ਹਰਿਆਣੇ ਦੇ ਵਿੱਚ ਜਾਟ ਲੋਕ ਨੇ ਜੋ, ਉਹਨਾਂ ਦਾ ਆਟੋਮੈਟਿਕਲੀ ਰੁਝਾਨ ਸਿੱਖੀ ਵਾਲੇ, ਉਹ ਕਹਿੰਦੇ ਨੇ ਕਿ ਸਾਨੂੰ ਆ ਕੇ ਕੋਈ ਇੱਥੇ ਦੱਸੇ ਕਿ ਅਸੀਂ ਸਿੱਖੀ ਵੱਲ ਜਾਈਏ, ਬਟ ਸਾਡੇ ਕੋਲ ਕੋਈ ਨਹੀਂ ਰਿਹਾ। ਮਤਲਬ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵੱਖ ਸੂਬੇ ਦੀ ਮੰਗ ਕਰਨ ਦੀ ਬਜਾਏ ਸਾਨੂੰ ਇਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਕਿ ਸਾਡਾ ਧਰਮ ਜਾਂ ਸਾਡੇ ਧਰਮ ਦੀ ਮਰਿਆਦਾ ਕੀ ਸੀ, ਜਾਂ ਫਿਰ ਜ਼ੋਰ ਦਿੱਤਾ ਜਾਵੇ ਕਿ ਸਾਡੇ ਬੱਚੇ ਪੜ੍ਹਨ ਤੇ ਖੇਡਾਂ ਵੱਲ ਜਾਣ, ਪੋਲਿਟਿਕਸ ਦੇ ਵਿੱਚ ਜਾਣ, ਟੈਕ ਕੰਪਨੀਜ਼ ਸ਼ੁਰੂ ਕਰਨ। ਔਰ ਇਸ ਚੀਜ਼ ਨਾਲ ਅਗਰ ਤੁਸੀਂ ਇੰਨੇ ਸਟਰੈਂਥੇਬਲ ਹੋ ਜਾਓਗੇ, ਜਿਵੇਂ ਆਪਾਂ ਅਕਸਰ ਗੱਲ ਕਰਨੇ ਆ ਕਿ ਸਾਡੇ ਨਾਲ ਧੱਕਾ ਹੁੰਦਾ ਜੀ, ਅਗਰ ਆਪਾਂ ਖੁਦ ਦੇ ਹੀ ਇੰਨੇ ਕਾਬਿਲ ਹਾਂ, ਆਪਾਂ ਦੇਸ਼ ਦੇ ਵਿੱਚ ਪੂਰਾ ਕੰਟਰੀਬਿਊਟ ਕਰਾਂਗੇ, ਤੇ ਮੈਨੂੰ ਨਹੀਂ ਲੱਗਦਾ ਕੋਈ ਆਪਣੇ ਨਾਲ ਸੋ ਕੋਲਡ ਧੱਕਾ ਕਰ ਸਕੇਗਾ। ਆਪਾਂ ਖੁਦ ਆਪਣੇ ਆਪ ਨੂੰ ਮਤਲਬ ਸਟਰੋਂਗ ਇਨਫ ਬਣਾਈਏ ਹਰੇਕ ਫੀਲਡ ਦੇ ਵਿੱਚ। ਪੰਜਾਬ ਨੌਰਥ ਤੋਂ ਲੈ ਕੇ ਖਾਸ ਕਰ ਆਪਣੇ ਪੰਜਾਬ ਨੂੰ ਹੀ ਲੈ ਕੇ ਜੋ ਪਹਿਲਾਂ ਦੇ ਹਾਲਾਤ ਸਨ, ਅਗਰ ਆਪਾਂ ਹੁਣ ਗੱਲਾਂ ਕਰੀਏ ਤੇ ਕੋਈ ਐਸੀਆਂ ਵੱਡੀਆਂ ਚੀਜ਼ਾਂ ਉੱਠ ਕੇ ਆ ਨਹੀਂ ਰਹੀਆਂ ਜੋ ਦੂਜੀਆਂ ਸਟੇਟ 'ਚੋਂ ਆ ਰਹੀਆਂ ਨੇ, ਜੋ ਇੰਡੀਆ 'ਚ ਕੰਟਰੀਬਿਊਟ ਕਰ ਰਹੇ ਨੇ ਰਾਦਰ ਦੈਨ ਇਮੀਗ੍ਰੇਸ਼ਨ। ਥੈਂਕ ਯੂ ਸਰ, ਕਿਉਂਕਿ ਗੱਲ ਨਿਕਲ ਕੇ ਆਉਂਦੀ ਹੈ ਕਿਸੇ ਵੀ ਤਰ੍ਹਾਂ ਦਾ ਮੁੱਦਾ ਹੈ, ਕੁਝ ਵੀ ਹੈ, ਵੱਖਵਾਦ ਦੀ ਸੋਚ ਹੈ ਜਾਂ ਵਿਚਾਰ ਨੇ, ਪਰ ਸਾਨੂੰ ਪਹਿਲਾਂ ਇਹ ਵੇਖਣਾ ਚਾਹੀਦਾ ਹੈ ਕਿ ਉਹਨਾਂ ਦਾ ਰਿਜ਼ਲਟ ਕੀ ਨਿਕਲ ਰਿਹਾ, ਉਹਨਾਂ ਦਾ ਅਸਰ ਕੀ ਪੈ ਰਿਹਾ ਸਮਾਜ ਦੇ, ਤੇ ਗੱਲ ਉਹੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਮਾਜ ਨੂੰ ਜਾਂ ਉੱਥੋਂ ਦੇ ਯੂਥ ਨੂੰ ਚੰਗੀ ਸੇਧ ਦੇ ਸਕੇ।